ਵਾਹਿਗੁਰੂ ਸਾਹਿਬ ਜੀ। ਸਾਰੀ ਸੰਗਤ ਜਪੋ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਹੋਸੀ ਵੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾਲੋ ਸੱਜਣ ਸੱਚਾ ਪਾਤਸ਼ਾਹ ਸਾਰੇ ਬੋਲੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠੀ ਹੋਈ ਆਨੰਦ ਮਾਣ ਰਹੀ ਸਾਧ ਸੰਗਤ ਝੁਕਾਓ ਸੀਸ ਦਸਾਂ ਗੁਰਾਂ ਦੇ ਅੱਗੇ ਸਤਿਗੁਰਾਂ ਦੀ ਜਾਗਦੀ ਜੋਤ ਦੇ ਅੱਗੇ ਨਿਰੰਕਾਰ ਜੀ ਦੇ ਅੱਗੇ ਨਾਲ 15 ਭਗਤ 17 ਭੱਟ ਬੇਅੰਤ ਜੋ ਹੈ ਨਾਮ ਪਰਮੇਸ਼ਰ ਦੇ ਅਤੇ 4 ਗੁਰਸਿੱਖ ਇਹ ਸਾਰਿਆਂ ਸਰੂਪਾਂ ਦੀ ਬਾਣੀ ਹੈ। ਇਸ ਕਰਕੇ ਪੁੰਨ ਖੱਟਣ ਆਏ ਆਪਾਂ। ਪੁੰਨ ਤਦੋਂ ਹੀ ਮਿਲਦਾ ਹੈ ਜੇ ਕਲਗੀਧਰ ਪਿਤਾ ਜੀ ਦੇ ਬਚਨ ਮੰਨੀਏ। ਸੋ ਪਿਆਰ ਸਤਿਕਾਰ ਨਾਲ ਆਪਾਂ ਇਹ ਪੁੱਛਿਆ ਸੀ ਭਾਈ ਗੁਰਦਾਸ ਜੀ ਨੂੰ 800 ਪੰਡਤ ਕਾਂਸ਼ੀ ਦੇ ਵਿੱਚ ਜਦੋਂ ਉਹਨਾਂ ਨੂੰ ਚਰਨਾਮਰਤ ਦਿੱਤਾ ਸੀ ਕਹਿੰਦੇ ਸੀ ਜਦੋਂ ਹੋਰ ਹੈਗੇ ਮੰਤਰ ਸਾਡੇ ਕੋਲ ਰਾਮ ਹਰੀ ਗੋਬਿੰਦ ਵਾਸੁਦੇਵ if ਤੁਹਾਨੂੰ ਵਾਹਿਗੁਰੂ ਮੰਤਰ ਰਚਨ ਦੀ ਕੀ ਲੋੜ ਪੈ ਗਈ। ਭਾਈ ਗੁਰਦਾਸ ਜੀ ਕਹਿਣ ਲੱਗੇ ਵਾਹ ਵਾਸੁਦੇਵ ਹਾ ਹਰੀ ਗਾ ਗੋਬਿੰਦ ਰਾ ਰਾਮ 4 ਯੁੱਗਾਂ ਦੇ ਮੰਤਰਾਂ ਦੇ ਪਹਿਲੇ ਅੱਖਰ ਲੈ ਕੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਸ਼੍ਰੋਮਣੀ ਗੁਰਮੰਤਰ ਬਣਾਇਆ। ਕੱਲਾ ਰਾਮ ਰਾਮ ਕਹੋਗੇ ਕੱਲਾ ਗੋਬਿੰਦ ਕਹੋਗੇ ਕਿੱਥੇ ਸਾਰੇ ਨਾਮ ਇਹਦੇ ਵਿੱਚ ਆ ਜਾਣੇ ਆ। ਜੇ ਆਪਾਂ ਇੱਕ ਨਾਮ ਲਈਏ ਤਾਂ ਇੱਕ ਯੁੱਗ ਦਾ ਹੀ ਜਾਪ ਹੁੰਦਾ। ਇਹ 4 ਯੁੱਗਾਂ ਦਾ ਜਾਪ ਹੈ ਇਕੱਠਾ ਹੀ, ਫਿਰ ਫਾਇਦਾ ਹੀ ਆ। ਪਰ ਇਸ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਵਾਹਿਗੁਰੂ 4 ਯੁੱਗ ਦਾ ਫਲ ਹੈ। ਪੁੰਨ ਬੜਾ ਭਾਰੀ ਪੁੰਨ ਹੈ। ਇਸ ਕਰਕੇ ਆਓ ਸਮਝ ਕੇ ਹੁਣ ਇਸ ਚੀਜ਼ ਨੂੰ 2 ਵਾਰੀ ਫਤਿਹ ਆਉਣੀ ਹੈ ਵਿੱਚ ਵਾਹਿਗੁਰੂ ਫਤਿਹ ਵਿੱਚ 2 ਵਾਰੀ ਵਾਹਿਗੁਰੂ ਆਉਣਾ। ਤੇ ਜੇ ਮੰਨੋ 10,000 ਸੰਗਤ ਹੈ 20,000 ਹੈ ਉਹ ਦੁੱਗਣਾ ਕਰ ਲਓ। ਇੰਨੀ ਵਾਰ ਵਾਹਿਗੁਰੂ ਕਿਹਾ ਹੋਇਆ ਇੱਕ ਇੱਕ ਜਾਣੇ ਨੂੰ ਫਲ ਮਿਲਣਾ। ਇੱਥੇ ਆਪਾਂ
ਲੰਗਰ ਛਕਣ ਨਹੀਂ ਆਏ ਵੀ ਅਸੀਂ ਉੱਥੇ ਆਹ ਚੀਜ਼ਾਂ ਬਣੀਆਂ, ਪੂੜੇ ਬਣੇ ਆ, ਪਕੌੜੇ ਬਣੇ ਆ, ਇਹ ਤਾਂ ਘਰੇ ਵੀ ਮਿਲ ਜਾਂਦੇ ਆ, ਕਿਤੇ ਹੋਰ ਵੀ ਮਿਲ ਜਾਣਗੇ। ਵਿਆਹਾਂ ਸ਼ਾਦੀਆਂ 'ਤੇ ਬੜੇ ਸਟਾਲ ਲੱਗੇ ਹੁੰਦੇ ਆ, ਪਰ ਜਿਹੜੀ ਅਸਲੀ ਇੱਥੇ ਲਾਹਾ ਖੱਟਣ ਆਏ ਆ, ਇਹਾਂ ਖਾਟ ਚਲੋ ਹਰ ਲਾਹਾ, ਫਿਰ ਕੀ ਹੋਏਗਾ? ਹੈ ਅੱਗ ਹੈ ਬਸਨ ਸੁਹੇਲਾ। ਉਹ ਜੋ ਅੱਗੇ ਜਾਓਗੇ ਉੱਥੇ ਸੁਖੀ ਰਹੋਗੇ। ਫਿਰ ਇਸ ਕਰਕੇ ਆਪਣੇ ਭਲੇ ਵਾਸਤੇ ਫਤਿਹ ਬੁਲਾਉਣੀ ਆ, ਨਾ ਕਿ ਮੇਰੇ ਵਾਸਤੇ। ਇਸ ਕਰਕੇ ਆਓ, ਤਿੰਨਾਂ ਲੋਕਾਂ ਦੇ ਮਾਲਕ ਸਤਿਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ। ਅੱਜ ਆਪਾਂ ਪਹਿਲਾ ਪ੍ਰਕਾਸ਼ ਮਨਾ ਰਹੇ ਹਾਂ। ਸੋ ਬੱਚਾ ਘਰ 'ਚ ਜਨਮ ਲੈਂਦਾ, ਜਦੋਂ ਆਉਂਦਾ ਸਾਲ ਆਉਂਦਾ ਤਾਂ ਕਹਿੰਦਾ ਪਹਿਲਾ ਬਰਥਡੇ ਅੱਜ ਪੂਰਾ ਜ਼ੋਰ ਲਾ ਦਿਆਂਗੇ ਪਹਿਲੇ ਬਰਥਡੇ ਦੇ ਵੀ, ਬਈ ਖਾਸਾ ਖਰਚਾ ਕਰ ਦਿੰਦੇ। ਫਿਰ ਇਹਨਾਂ ਦਾ ਸਦਾ ਹੀ ਪਹਿਲਾ ਪ੍ਰਕਾਸ਼ ਆਉਂਦਾ, ਸਦਾ ਹੀ ਪਹਿਲਾ ਪ੍ਰਕਾਸ਼। ਇਸ ਕਰਕੇ ਬਾਬਿਆਂ ਨੇ, ਮਹਾਂਪੁਰਸ਼ਾਂ ਨੇ, ਬਾਬਾ ਜਗਤਾਰ ਸਿੰਘ ਜੀ ਨੇ, ਬਾਬਾ ਜਗਤ ਰਾਮ ਦੇ ਸਥਾਨ 'ਤੇ ਜੋ ਦਿਨ ਮਨਾ ਰਹੇ ਨੇ, ਇਸ ਦਿਨ ਦੇ ਉੱਤੇ ਇੰਨਾ ਕੁਛ ਇਸੇ ਕਰਕੇ ਬਣਾਇਆ। ਆਓ ਹੁਣ ਸ਼ਰਧਾ ਵਿੱਚ ਆ ਕੇ ਇੱਕ ਤਾਂ ਸਤਿਗੁਰਾਂ ਨੂੰ ਫਤਿਹ ਬੁਲਾਉਣੀ ਆ, ਨਾਲ ਆਪਾਂ ਆਪਣੇ ਆਪ ਨੂੰ ਆਪਸ ਵਿੱਚ ਵੀ ਬੁਲਾ ਲਈਏ, ਪਿਆਰ ਸਤਿਕਾਰ ਨਾਲ। ਸ੍ਰੀ ਅਨੰਦਪੁਰ ਸਾਹਿਬ ਦਾ ਧਿਆਨ ਧਰ ਲਿਓ ਜਰਾ, ਸ੍ਰੀ ਚਮਕੌਰ ਸਾਹਿਬ ਦਾ ਧਿਆਨ ਕਰਨਾ, ਸ੍ਰੀ ਫਤਿਹਗੜ੍ਹ ਸਾਹਿਬ ਦਾ। ਇਹ ਤਿੰਨ ਸਥਾਨ ਸਾਡੇ ਲਈ ਕੇਂਦਰੀ ਨੇ, ਮੇਨ ਨੇ, ਜਿੱਥੇ ਭਾਰੀ ਸ਼ਹੀਦੀਆਂ ਹੋਈਆਂ। ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਾਂ ਫਤਿਹ ਬੁਲਾਈ ਦੀ ਹੈ। ਸੋ ਆਓ ਪਿਆਰ ਨਾਲ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਹਿਣਾ ਪੈਂਦਾ ਇਹ ਬਾਬਾ ਅਜੀਤ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਆਪ ਜੀ ਨੂੰ ਫਤਿਹ ਬੁਲਾਉਣੇ। ਇਹ ਕਹਿਣਾ ਪੈਂਦਾ ਦਸਾਂ ਗੁਰਾਂ ਨੂੰ। ਗੁਰੂ ਗ੍ਰੰਥ ਸਾਹਿਬ ਦੀ ਜਾਗਦੀ ਜੋਤ, ਹਾਜ਼ਰਾ ਹਜੂਰ ਜਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ। ਜਿੰਨੀ ਭਾਵਨਾ ਹੋਵੇਗੀ ਓਨੇ ਜ਼ਿਆਦਾ ਆਨੰਦ ਹੁੰਦਾ। ਜਿਹੜੇ ਦੁਕਾਨਾਂ ਦੇ ਉੱਤੇ ਹਲਵਾਈ ਚੀਜ਼ਾਂ ਤਿਆਰ ਕਰਦੇ ਨੇ, ਉਹਨਾਂ ਦੀ ਭਾਵਨਾ ਹੁੰਦੀ ਕਿ ਇਹ ਚੀਜ਼ ਬਣਾਓ, ਇੰਨੀ ਇਹ ਪੈਸਾ ਇੰਨਾ ਆਵੇਗਾ। ਪਰ ਜਦੋਂ ਗੁਰੂ ਘਰ 'ਚ ਬਣਦੀ ਚੀਜ਼, ਉਦੋਂ ਆਪਾਂ ਕਹਿੰਦੇ ਭਾਵਨਾ ਦੇ ਨਾਲ ਬਣਾਇਓ ਭਾਈ, ਸੰਗਤ ਨੇ ਛਕਣੀ, ਨਾਲ ਪਾਠ ਵੀ ਕਰਿਓ। ਇੱਕ ਹਲਵਾਈ ਨੂੰ ਅਸੀਂ ਕਿਹਾ ਵੀ ਤੂੰ ਆ ਬੇਸਣ ਦੀਆਂ ਪਿੰਨੀਆਂ ਇਹ ਬਣਾ ਦੀ ਵਧੀਆ, ਵੀ ਚਲੋ ਸਰਦੀਆਂ ਦੀ ਵਿੱਚ ਪਾ ਕੇ ਸਮਾਨ ਜਿਹਾ। ਅਸੀਂ ਕਿਹਾ ਇਸ਼ਨਾਨ ਕੀਤਾ, ਕਹਿੰਦਾ ਇਸ਼ਨਾਨ ਤਾਂ ਸ਼ਾਮ ਨੂੰ ਕਰਦੇ ਹੁੰਦੇ ਆ, ਸ਼ਾਮ ਤੱਕ ਅਸੀਂ ਲਿਬੜ ਲੁਬੜ ਕੇ ਫੇਰ ਨਹਾਉਣੇ ਆ। ਮੈਂ ਕਿਹਾ ਤੂੰ ਹੁਣ ਸਿੱਧਾ ਹੋ ਜਾ, ਪੁੱਠਾ ਨਾ ਚੱਲ, ਪਹਿਲਾਂ ਨਹਾ ਕੇ ਆ, ਪਹਿਲਾਂ ਨਹਾ ਫੇਰ ਤੂੰ ਤਿਆਰ ਕਰੀ। ਸੋ ਗੁਰੂ ਘਰ ਦੇ ਵਿੱਚ ਪਹਿਲਾਂ ਇਸ਼ਨਾਨ ਕਰਦੇ ਨੇ, ਨਿਤਨੇਮ ਕਰਦੇ ਨੇ, ਉਦੋਂ ਬਾਅਦ ਫਿਰ ਲੰਗਰ ਤਿਆਰ ਕਰਦੇ ਨੇ। ਫਿਰ ਗੁਰਾਂ ਦੇ ਕੋਲ ਲਿਆ ਕੇ ਥਾਲਾ ਸਜਾ ਕੇ ਰੱਖਦੇ ਆ। ਫਿਰ ਅਰਦਾਸ ਹੁੰਦੀ, ਕਿਰਪਾਨ ਭੇਟਾ ਹੁੰਦੀ ਆ। ਆਨੰਦ ਸਾਹਿਬ ਦੇ 5 ਪੌੜੀਆਂ 6 ਪੜ੍ਹਦੇ ਆ। ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੁੰਦੀ ਆ, ਕਹਿੰਦੇ ਪਾਣੀ ਸਾਫ਼ ਹੈ। ਹਾਂਜੀ ਸਾਫ਼ ਹੈ। ਫਿਰ ਅੱਗੇ ਪੁੱਛਦੇ ਆ ਪਾਣੀ ਸੁੱਚਾ? ਕਹਿੰਦੇ ਇਹ ਤਾਂ ਨਹੀਂ ਪਤਾ। ਸਾਫ਼ ਅਤੇ ਸੁੱਚੇ ਦਾ ਫਰਕ ਹੁੰਦਾ। ਐ ਤਾਂ ਜਿਹੜਾ ਲੈਟਰਿਨ 'ਚ ਪਾਣੀ ਖੜਾ ਹੁੰਦਾ ਸਾਫ਼ ਬਹੁਤ ਹੁੰਦਾ, ਪਰ ਜੇ ਕਹੀਏ ਸੁੱਚਾ ਤਾਂ ਸੁੱਚਾ ਤਾਂ ਨਹੀਂ ਹੈ ਉਹ। ਜੇ ਕਹੀਏ ਵੀ ਹਾਂ ਵੀ ਇਹ ਨਲਕੇ 'ਚੋਂ ਜਿਹੜਾ ਪਾਣੀ ਆਉਂਦਾ ਸਾਫ਼, ਕਹਿੰਦਾ ਹਾਂ ਜੀ ਬਿਲਕੁਲ ਸਾਫ਼ ਹੈ। ਕਹਿੰਦੇ ਪਵਿੱਤਰ ਜਲ ਹੈ ਇਹ? ਕਹਿੰਦੇ ਨਹੀਂ, ਪਵਿੱਤਰ ਤਾਂ ਸਰੋਵਰ ਸਾਹਿਬ ਦਾ ਹੀ ਹੈ। ਪਵਿੱਤਰ ਜਲ ਤਾਂ ਉਹ ਆ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ। ਪਵਿੱਤਰ ਜਲ ਤਾਂ ਲਿਆਏ 5 ਪਿਆਰੇ ਸਾਫ਼,
ਫਿਰ ਉਹ ਪੁਣਿਆ, ਸੁੱਚਾ ਕੀਤਾ, ਬਾਣੀ ਪੜ੍ਹੀ, ਸੁੱਚਾ ਹੋ ਗਿਆ, ਅਰਦਾਸ ਕੀਤੀ, ਨਿਤਨੇਮ ਕਰਦਿਆਂ ਕਰਦਿਆਂ ਉਹ ਪਵਿੱਤਰ ਹੋ ਗਿਆ। ਇਹ ਚੀਜ਼ਾਂ ਦਾ ਖਿਆਲ ਰੱਖਣਾ, ਸਾਫ਼, ਸੁੱਚਾ ਤੇ ਪਵਿੱਤਰ। ਇਹ ਜਿਹੜੀ ਅੰਦਰਲੀ ਕਲਾ ਇੱਕ ਵਰਤਦੀ ਹੁੰਦੀ ਹੈ। ਕਲਾ ਇੱਕ ਅੱਖਰ ਹੈ ਜਾਇ। ਆਪਣੀ ਜਿੰਨੀ ਸੰਗਤ ਬੈਠੀ ਹੈ ਇਹਦੇ 'ਚੋਂ ਵਿਰਲੇ ਹੀ ਹੋਣਗੇ ਜਿਹੜੇ ਸਹਿਜ ਪਾਠ ਕਰਦੇ ਨੇ, ਸੰਥਿਆ ਕਰਦੇ ਨੇ, ਅਰਥਾਂ ਨੂੰ ਜਾਣਦੇ ਨੇ, ਸਮਝਦੇ ਨੇ। ਇਹ ਵਿਰਲੇ ਹੀ ਨੇ। ਪਰ ਇਹ ਗੱਲ ਦਾ ਖਿਆਲ ਰੱਖੋ, ਬਾਣੀ ਦੇ ਅੰਦਰ ਇੰਨਾ ਡੂੰਘਾ ਸਮੁੰਦਰ ਹੈ। ਵਿਚਾਰ ਕਰਦੇ ਕਰਦੇ ਜੇ ਮੇਰੀ ਉਮਰ 1 ਲੱਖ ਸਾਲ ਹੋਵੇ, 10 ਲੱਖ ਸਾਲ ਹੋਵੇ, ਤਾਂ ਵੀ ਮੈਂ ਇਹੀ ਕਹੂੰਗਾ ਹਾਲੇ ਤਾਂ ਥੋੜ੍ਹੀ ਜਿਹੀ ਡਾਰੀ ਵੱਜੀ ਹੈ, ਬਾਹਲਾ ਤਾਂ ਨਹੀਂ ਪਤਾ ਲੱਗਿਆ। ਬਾਣੀ ਦਾ ਇਤਨਾ ਅਗਾਧ ਬਹੁਤ ਸਮੁੰਦਰ ਹੈ। ਪੰਛੀ ਅਸਮਾਨ ਵਿੱਚ ਉੱਡ ਕੇ ਆਨੰਦ ਲੈ ਸਕਦਾ ਹੈ, ਪਰ ਅਸਮਾਨ ਦਾ ਅੰਤ ਨਹੀਂ ਪਾ ਸਕਦਾ। ਇੱਕ ਬੰਦਾ ਕਹਿੰਦਾ ਸਮੁੰਦਰ ਜਿੱਡੀ ਐ ਫਲਾਨੀ ਚੀਜ਼ ਸਮੁੰਦਰ। ਮੈਂ ਕਿਹਾ ਧਰਤੀ ਤਾਂ ਕਹਿੰਦਾ ਬਿਲਕੁਲ ਹੀ ਛੋਟਾ ਜਿਹਾ ਹਿੱਸਾ ਹੈ, ਸਮੁੰਦਰ ਬਹੁਤ ਵੱਡਾ ਹੈ। ਮੈਂ ਕਿਹਾ ਧਰਤੀ ਕਿੱਡੀ ਕੁ ਵੱਡੀ ਆ? ਕਦੇ ਗਲੈਕਸੀ ਦੇ ਵਿੱਚ ਜਾ ਕੇ ਦੇਖੀ ਧਰਤੀ ਕਿੰਨੀ ਕੁ ਵੱਡੀ, ਪਛਾਣ ਹੀ ਨਹੀਂ ਆਉਂਦੀ ਵੀ ਇੱਥੇ ਧਰਤੀ ਹੈ। ਸਿਰਫ ਐਰੋ ਲੱਗਿਆ ਹੋਇਆ ਉੱਥੇ, ਧਰਤੀ ਦਾ ਪਤਾ ਹੀ ਨਹੀਂ ਲੱਗਦਾ। ਕਹਿੰਦੇ ਸੂਰਜ ਇਦੋਂ ਹੀ ਉੱਡਾ। ਕਹਿੰਦੇ ਇੰਨੇ ਵੱਡੇ ਵੱਡੇ ਸੂਰਜ ਪਏ ਨੇ, ਸਾਡਾ ਸੂਰਜ ਉਹਨਾਂ ਮੂਹਰੇ ਸਰੋਂ ਦਾ ਦਾਣਾ ਲੱਗਦਾ। ਤੋ ਕਹਿਣ ਤੋਂ ਭਾਵ ਹੈ ਅਣਗਿਣਤ ਤਾਰੇ ਨੇ ਅਸਮਾਨ ਦੇ ਵਿੱਚ, ਪਰ ਸਭ ਤੋਂ ਵੱਡਾ ਕੀ ਹੈ? ਅਸਮਾਨ ਹੈ। ਅਸਮਾਨ ਤੋਂ ਵੱਡਾ ਕੌਣ ਹੈ? ਅਸਮਾਨ ਤੋਂ ਵੱਡਾ ਪਰਮਾਤਮਾ, ਜਿਹਦੇ ਵਿੱਚ ਸਾਰਾ ਕੁਝ ਸਮਾਇਆ ਹੋਇਆ। ਧਿਆਨ ਅੱਜ ਕੱਲ੍ਹ ਬਿਰਤੀਆਂ ਜਿਹੜੀਆਂ ਪਦਾਰਥਵਾਦ ਦੀ ਜ਼ਿਆਦਾ, ਪੈਸੇ ਵੱਲ ਨੂੰ ਥੋੜ੍ਹਾ ਧਿਆਨ ਜ਼ਿਆਦਾ ਹੈ। ਤੋ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣੋ। ਸਾਰੀ ਦੁਨੀਆ ਪੈਸੇ ਲਈ ਹੀ ਦੌੜ ਭੱਜ ਕਰ ਰਹੀ ਹੈ। ਪੈਸੇ ਲਈ ਸੰਪੈ ਕਉ ਈਸ਼ਰ ਧਿਆਈਐ। ਲੋਕ ਸ਼ਿਵ ਜੀ ਦੀ ਆਰਾਧਨਾ ਕਰਦੇ ਆ ਸੰਪੈ, ਪੈਸੇ ਵਾਸਤੇ। ਸੰਪੈ ਕਉ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਪੈਸਾ ਪਿਛਲੇ ਜਨਮ ਦਾ ਦਾਨ ਕੀਤਾ ਹੋਇਆ ਹੀ ਮਸਤਕ ਤੇ ਲਿਖਿਆ ਹੁੰਦਾ, ਤਾਈਓ ਆਉਂਦਾ। ਕਹਿੰਦੇ ਬੰਦਾ ਕੀ ਬਣ ਜਾਂਦਾ? ਸੰਪੈ ਕਾਰਨ ਚਾਕਰ ਚੋਰ। ਪੈਸੇ ਕਰਕੇ ਬੰਦਾ ਜਿਹੜਾ ਹੈ ਉਹ ਚਾਕਰੀ ਕਰਦਾ, ਨੌਕਰੀ। ਚੋਰੀ ਕਾਹਦੇ ਲਈ ਕਰਦਾ? ਪੈਸੇ ਲਈ ਕਰਦਾ। ਦੁਨੀਆ ਦਾ ਕੋਈ ਕੰਮ ਆਪਾਂ ਕਾਹਦੇ ਲਈ ਕਰਦੇ ਆ? ਆਇਲਸ ਕਰਨੀ। ਲੋਕ ਅੱਜ ਕੱਲ੍ਹ ਮੇਰੇ ਕੋਲ ਹੋਰ ਫੋਨ ਨਹੀਂ ਆਉਂਦੇ। ਹੁਣ ਕਿਸੇ ਦਾ ਇਹ ਫੋਨ ਨਹੀਂ ਆਉਂਦਾ ਕਿ ਸਿੱਖੀ ਮਿਲੇ, ਨਾਮਦਾਨ ਮਿਲੇ। ਹੁਣ ਇਹ ਆਉਂਦਾ ਵੀ ਕਾਕਾ ਰਹਿ ਗਿਆ, ਕੋਈ ਸ਼ਬਦ ਦੱਸੋ ਇਹ ਆਇਲਸ ਤੋਂ ਅੱਗੇ ਲੰਘ ਜੇ। ਫਿਰ ਬਾਹਰ ਜਾਊਗਾ, ਫਿਰ ਬਾਹਰ ਕੇਸ ਕਟਵਾਊਗਾ ਕਾਕਾ, ਫਿਰ ਨਾਲੇ ਮੌਜਾਂ ਕਰੂ, ਸ਼ਰਾਬ ਦੇ ਦਰਿਆ ਵਿੱਚ ਡੁੱਬੂ, ਇੱਥੇ ਹੀ ਡੁੱਬ ਲਾ। ਇਸ ਕਰਕੇ ਉੱਥੇ ਜਾ ਜਾ ਕੇ ਜਿਹੜੇ ਸੰਸਾਰ ਦੇ ਜੀਵ ਜਾਂਦੇ ਨੇ, ਤੀਜੀ ਪੀੜ੍ਹੀ ਈਸਾਈਆਂ ਦੀ ਬਣ ਜਾਂਦੀ ਆ। ਪਹਿਲੀ ਸਿੱਖ, ਦੂਜੀ ਅੱਧੀ ਸਿੱਖ, ਤੀਜਾ ਈਸਾਈ। ਸੋ ਸਿੱਖੋ, ਥੋੜਾ ਜਿਹਾ ਹੋਸ਼ ਕਰੋ, ਹੋਸ਼। ਸਿੱਖੀ ਮਹਾਰਾਜ ਦੇ ਦੇਵੇ, ਭਾਵੇਂ ਛੋਲਿਆਂ ਦੇ ਦਾਣੇ ਚੱਬ ਕੇ ਗੁਜ਼ਾਰਾ ਕਰ ਲਈਏ। ਜੇ ਸਿੱਖੀ ਰਹੇਗੀ ਤਾਂ ਸੱਚਖੰਡ 'ਚ ਵੀ ਜਗ੍ਹਾ ਮਿਲ ਜਾਏਗੀ। ਜੇ ਸਿੱਖੀ ਹੋਈ ਨਾ ਰਹੀ, ਫਿਰ ਆਪਾਂ ਕਿਸੇ ਜੋਗੇ ਨਾ ਕਾਸੇ ਜੋਗੇ, ਕਿਤੇ ਵੀ ਨਹੀਂ, ਕਿਸੇ ਢੋਈ ਨਹੀਂ ਮਿਲਣੀ ਕਿਤੇ। ਇਹ ਗੱਲ ਦਾ ਪਹਿਲਾਂ ਧਿਆਨ ਰੱਖੋ ਸਾਰੇ। ਇਸ ਕਰਕੇ ਜਦੋਂ ਗੁਰਬਾਣੀ ਦੀ ਰਚਨਾ ਕੀਤੀ, ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕੀਤੇ। ਕਹਿੰਦੇ ਦਮਦਮੀ ਟਕਸਾਲ ਹੈ, ਟਕਸਾਲ 'ਚ ਅਰਥ ਪੜ੍ਹਾਏ ਜਾਂਦੇ ਨੇ। ਇਹ ਟਕਸਾਲ 10ਵੇਂ ਪਾਤਸ਼ਾਹ ਨੇ ਸਾਜੀ ਹੈ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮੈਨੂੰ ਕਹਿੰਦੇ ਟਕਸਾਲ ਕਦੋਂ ਚੱਲੀ ਹੈ, ਕਿਹਨੇ ਚਲਾਈ ਹੈ?
मैं पता सी भी नहीं बोलना मूरे, उच्च कोटि के ब्रह्म ज्ञानी सी उस करके मूरे नहीं बोलना। मैं कहा बई साडी इन्नी बुद्धि नहीं है, तुसीं दसो। कहते ये तो भाई गुरु नानक साहब ने चलाती सी। जद पहला शब्द पढ़िया गुरु नानक साहब ने, देखो एक शब्द आ वो संथ्या ना हुई हो पढ़ना ही नहीं आता किसी ने। वो गुरु नानक साहब ने पहला शब्द ही वो उचारण किया, यज्ञ अर्ज गुफ्तम पेश तो दर गोश कुन करतार हक्का कबीर करीम तू बे है परवदगार दुनिया मुकामे फानी तहकीक दिलदानी। ये शब्द ये पढ़ना ही औखा है। नानक बगोयल जन तुरा तेरे चाकरा पा खाक, यदी बोली भी पठाणा वाली बोलनी पैंदी है। हमारा एक आस बसे, जे संथ्या तो बिना ये पता नहीं लगता। ਜਿਹੜਾ दास ने जाप साहब पढ़िया सुते सिद्धि मैं कोई मैनू किसी ने पढ़ाया नहीं है। उस्ताद तो यही कहता सी जमीनुल जमा है अमीकुल इमा है। मेरे मूँह के उत्ते यही चीज जमीनुल जमा है अमीकुल इमा है, जमीनुल जमा है। ये बोली उधर लिया अरबी फारसी की। इस करके गुरु नानक साहब ने पहला शब्द उच्चारण किया, पढ़ाउण वाला जिहड़ा सीगा उत्थे उहनूं समझ ही ना आया। कहण लग्या जी अर्थ दसो इहदा की आ, फिर ही पता लगूगा। जदों महाराज ने अर्थ सुनाए, ਇਹਦੇ ਵਿੱਚ एक पंक्ति आउंदी है, जन पिसर पदर बिरादरा कसनेस दस संगीर। ये बहुत सारे पाठी पढ़ते जान, ये जन नहीं हैगा पाठ। जन हुंदा जिवें आपां समूह जन बैठे हैं। जन जन कहना स्त्री नूं, अरबी फारसी वाले जन पिसर पदर बिरादरा। सारी अंग्रेजी के नाल ही रल जाती गल। बिरादरा भरा, माँ बाप भैन भरा। इस करके गुरु नानक साहब ने वो पहले अर्थ करके सुनाए। जदों चरण पकड़े सी, कहते इन्हां नालों वड्डा कोई नहीं होर हो सकता। इस करके महाराज ने कीर्तन अले शब्द के अर्थ पहला किए हैं। एक होंदी भी बस गल ते गल सीटी तुरी आउणी, वो नहीं साडे कोल हैगी। मैं हरेक गल की पहला विचार करदा भी पहला शब्द 5 साल की उम्र च दस्तार सजा के गुरु नानक साहब गए। उदों स्कूल नहीं सी हुंदे, मदरसे जे हुंदे सी। सो महाराज ने पहला शब्द ये पढ़िया। ये जिहड़ी भाई फरंदे तो मंगाई सी अरबाब भाई मरदाना जी नूं भेज के, वो तो बहुत बाद च मंगाई है। इस करके ये कथा की टकसाल, कीर्तन की टकसाल तो गुरु नानक साहब ने आरंभ कर दी सी। उन्होंने साडे ते कीर्तन कथा की बख्शिश की। हाँ, उन्होंने जिवें कहंदे फाउंडर वो ने, स्टार्टिंग उन्होंने तो हुंदी हरेक चीज़ की, पर हौली हौली फिर सानू मिलिया सब कुछ। गुरु अंगद देव जी ने लिपि तैयार की, ऊड़ा एड़ा ईड़ी ससा हा। इसे प्रकार तीजे पातशाह ने बख्शिश की। अगे मल्ला खाड़ा गुरुद्वारा भी गुरु अंगद देव जी ने रचा। जे कहिए गेमां कित्थों चलियां, खेडां खालसे पंथ विच ये श्री खडूर साहब तो ही चलियां। मल्ला खाड़ा गुरुद्वारा उत्थे दर्शन करो। जेड़ा गुरु अंगद देव महाराज लिपि बख्शिश की है, पहले पातशाह ने पट्टी लिखी बाणी, आसा महला पहला पट्टी। तीजे पातशाह ने पट्टी लिखी आ। ਜਿਹੜੇ ਆਪਣੇ 'ਚ ਪੁਰਾਣੇ ਬੈਠੇ ਆ, ਜਦ ਸਕੂਲ ਜਿਹੜੇ ਫੱਟੀਆਂ ਲੈ ਕੇ ਜਾਂਦੇ ਹੁੰਦੇ ਸੀ, ਆਪਾਂ ਫੱਟੀਆਂ ਲਿਜਾਣ ਵਾਲੇ ਜਿਹੜੇ ਬੈਠੇ ਆ, ਬੜੀ ਸਜਾਉਂਦੇ ਸੀ। ਗਾਚ ਨਹੀਂ ਲਿਆ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਹੱਥ ਫੇਰ ਕੇ ਇੱਕ ਬਣਾ ਕੇ ਉਹਦੇ ਉੱਤੇ ਫਿਰ ਲਿਖ ਕੇ ਆਉਂਦੇ ਸੀਗੇ। ਆਪਾਂ ਉਹਨੂੰ ਫੱਟੀ ਕਹਿੰਦੇ, ਇੱਥੇ ਪੱਟੀ ਲਿਖਿਆ। ਰੀਰੀ ਲੱਲੀ ਪਾਪ ਕਮਾਣੇ ਪੜ੍ਹ ਕੇ ਦੇਖ। 52 ਅੱਖਰੀ ਲਿਖਿਆ ਬਾਣੀ ਤੇ, 5ਵੇਂ ਪਾਤਸ਼ਾਹ ਲਿਖੀ ਹੈ। ਅੱਖਰਾਂ ਦੀ ਬਣਤਰ, ਜਿਹੜੇ ਅੱਖਰ ਰਹਿ ਗਏ ਕਿਸੇ ਪਾਤਸ਼ਾਹ ਨੇ ਲਿਖੇ, ਉਹ ਚੌਥੇ ਪਾਤਸ਼ਾਹ ਨੇ ਲਿਖੇ। सहलंग अंग बहुत सारे ऐसे अखर ने महाराज ने चौथे पातशाह ने अखर सफले किए।
ਸੋ ਇਸ ਕਰਕੇ ਇਹ ਸਾਰੀ ਚੀਜ਼ ਸਾਨੂੰ ਕਦੋਂ ਕਾ ਕੇ ਮਿਲੀ? ਪੰਜਵੇਂ ਪਾਤਸ਼ਾਹ ਵੇਲੇ ਭਾਈ ਸੱਤਾ ਬਲਵੰਡਾ ਜੀ ਦਾ ਹੁਣ ਜ਼ਿਕਰ ਢਾਡੀ ਸਿੰਘ ਕਰ ਰਹੇ ਸੀ ਤਾਂ ਪੰਜਵੇਂ ਪਾਤਸ਼ਾਹ ਵੇਲੇ ਉਹਨਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ, ਮੈਂ ਅਸੀਂ ਨਹੀਂ ਕੀਰਤਨ ਕਰਨਾ। ਜੇ ਸਾਡੇ ਮਰਦਾਨਾ ਜੀ ਨਾ ਹੁੰਦੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਪੁੱਛਣਾ ਸੀ। ਇਹ ਤਰਤੀਬ ਵੀ ਯਾਦ ਰੱਖਿਆ ਕਰੋ। ਭਾਈ ਮਰਦਾਨਾ ਜੀ, ਦਾਨਾ ਜੀ, ਦਾਲਾ ਜੀ, ਸੱਤਾ ਬਲਵੰਡਾ ਜੀ, ਫਿਰ ਉਹ ਜਦੋਂ ਉਹ ਚੜ੍ਹਾਈ ਕਰ ਗਏ ਲਾਹੌਰ ਸਰੀਰ ਛੱਡਿਆ ਸੀ, ਇਹਨਾਂ ਦਾ ਅੱਗੇ ਸੀ ਬਾਬਕ। ਬਾਬਕ ਦੇ ਦੋ ਕੰਮ ਸੀ, ਕੀਰਤਨ ਵੀ ਕਰਨਾ ਤੇ ਜੰਗ ਵੀ ਕਰਨਾ। ਉਹ ਰਿਹਾ ਮਹਾਰਾਜ ਅੱਗੇ 7ਵੇਂ 8ਵੇਂ ਪਾਤਸ਼ਾਹ ਤੱਕ। ਫਿਰ ਅੱਗੇ ਦੋ ਰਾਗੀ ਹੋਰ ਆਏ ਸੀ, ਉਹਨਾਂ ਦਾ ਇਹਨਾਂ ਦੀ ਕੋਲ ਵਿੱਚੋਂ ਉਹ ਸੀ ਕਿ ਭਾਈ ਸੱਦੂ ਤੇ ਮੱਦੂ, ਜਿਨ੍ਹਾਂ ਨੇ ਮਾਤਾ ਸਾਹਿਬ ਕੌਰ ਜੀ ਦਾ ਆਨੰਦ ਕਾਰਜਾਂ ਸਾਰੇ ਆਨੰਦ ਕਾਰਜ ਕਰਾਏ ਸੀ। ਇੱਕ ਤਾਂ ਇਹ ਲੜੀ ਯਾਦ ਰੱਖਿਆ ਕਰੋ, ਰਾਗੀ ਕਿਹੜੇ ਕਿਹੜੇ ਹੋਏ ਆ। ਇੱਕ ਲੜੀ ਇਹ ਯਾਦ ਰੱਖਣੀ ਆ ਵੀ ਪਹਿਲੇ ਪਾਤਸ਼ਾਹ ਦੇ ਕਿੰਨੇ ਸਾਹਿਬਜ਼ਾਦੇ ਸੀ, ਪਰਿਵਾਰ ਕਿੰਨਾ, ਸਾਰਾ ਪਰਿਵਾਰ ਯਾਦ ਰੱਖਿਆ ਕਰੋ। ਦੂਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਕਿਹੜੇ ਕਿਹੜੇ ਹੋਏ ਆ। ਅੱਗੇ ਅੱਗੇ ਤੀਜੇ ਪਾਤਸ਼ਾਹ ਦੀਆਂ ਪੁੱਤਰੀਆਂ, ਸਾਹਿਬਜ਼ਾਦੇ। ਮੈਨੂੰ ਅੱਜ ਯਾਦ ਆ ਰਿਹਾ ਸੀ ਜਦ ਕਥਾ ਕਰਦੇ ਸੀ, ਉਦੋਂ ਤੀਜੇ ਪਾਤਸ਼ਾਹ ਵਾਲੇ ਬਾਬਾ ਮੋਹਨ ਜੀ ਦੇ ਸਪੁੱਤਰ ਸੀ ਭਾਈ ਸੰਤ ਰਾਮ ਜੀ। ਉਹ ਜ਼ਿਆਦਾਤਰ ਤੀਜੇ ਪਾਤਸ਼ਾਹ ਕੋਲ ਛੋਟੇ ਹੁੰਦੇ ਤੋਂ ਬਿਠਾਤੇ ਸੀ ਲਿਆ ਕੇ। ਪਿਤਾ ਜੀ ਤਾਂ ਉਹਨਾਂ ਦੇ ਸਮਾਧੀ 'ਚ ਹੀ ਰਹਿੰਦੇ ਸੀ ਬਾਬਾ ਮੋਹਨ ਜੀ। ਉਹ ਤਾਂ ਦਸਮ ਦੁਆਰ ਸਵਾਸ ਚੜਾ ਕੇ ਬੈਠੇ ਰਹਿੰਦੇ ਸੀ। ਗੁਰੂ ਅਮਰਦਾਸ ਜੀ ਨੇ ਸੰਤ ਰਾਮ ਜੀ ਨੂੰ ਕਦੇ ਆਪਣੇ ਕੋਲੋਂ ਪ੍ਰਸ਼ਾਦਾ ਛਕਦੇ ਦੋ ਬੁਰਕੀ ਫੜਾ ਦੇਣੀ, ਕਦੇ ਆ ਲੈ ਦੁੱਧ ਛਕ ਲੈ, ਆ ਦਹੀਂ ਖਾ ਲੈ। ਉਹ ਕੋਲ ਬੈਠਾ ਖਾਂਦਾ ਰਹਿੰਦਾ ਸੀ। ਉਹ ਐਵੇਂ ਨਹੀਂ ਸੀ, ਉਹ ਛਕਦਿਆਂ ਛਕਦਿਆਂ ਅੰਦਰੋਂ ਕਪਾਟ ਖੁੱਲ ਗਏ। ਉਹਨਾਂ ਨੇ ਜਿੰਨੀ ਗੁਰਬਾਣੀ ਸੀ ਤੀਜੇ ਪਾਤਸ਼ਾਹ ਵੇਲੇ ਤੱਕ ਇਕੱਠੀ ਹੋਈ, ਇਹ ਭਾਈ ਸੰਤ ਰਾਮ ਜੀ ਨੇ ਇਕੱਤਰ ਕੀਤੀ ਸੀ ਸਾਰੀ ਬਾਣੀ। ਜਿੰਨੀ ਉਹਨੂੰ ਸੋਝੀ ਹੋ ਗਈ ਸੀ ਬਾਣੀ ਦੀ, ਬਖਸ਼ਿਸ਼ਾਂ ਹੋ ਗਈਆਂ ਸੀ ਬਾਣੀ ਦੀ। ਉਹਨਾਂ ਨੇ ਇਹ ਸਾਰੀਆਂ ਪੋਥੀਆਂ ਫਿਰ ਰੱਖੀਆਂ। ਹੌਲੀ ਬਾਬਾ ਮੋਹਨ ਜੀ ਕੋਲੇ ਸਾਰੀਆਂ ਪੋਥੀਆਂ ਸੀ। ਪਹਿਲੇ ਪਾਤਸ਼ਾਹ ਦਾ ਜੇ ਦੇਖੇ ਕੋਈ ਅੰਤ ਨਹੀਂ ਹੈ। ਕਿੱਥੇ ਤੱਕ ਉਹ ਗਏ ਨੇ ਕੋਈ ਅੰਤ ਨਹੀਂ ਹੈ। ਕਿਉਂ ਆਪਾਂ ਤਾਂ ਇੰਨਾ ਕੀ ਜਾਣਦੇ ਵੀ ਨਨਕਾਣਾ ਸਾਹਿਬ ਤੱਕ ਪਹੁੰਚ ਆਪਣੀ, ਬਸ ਵੱਧ ਤੋਂ ਵੱਧ ਕਾਬਲ ਕੰਧਾਰ ਤੱਕ ਜਾਣਦੇ ਆ। ਜਿੰਨਾ ਦੁਨੀਆ 'ਚ ਜ਼ਿਆਦਾ ਵਿਚਰੋਗੇ ਉਹਨਾਂ ਜ਼ਿਆਦਾ ਗਿਆਨ ਹੋਊਗਾ। ਅੱਜ ਕੱਲ ਨੈਟ ਦਾ ਯੁੱਗ ਆ, ਪੜ੍ਹੇ ਲਿਖੇ ਵੀ ਬਹੁਤ ਬੈਠੇ ਨੇ ਵਿੱਚ, ਨੈਟ ਵਾਲੇ ਵੀ। ਹੁਣ ਤਾਂ ਨਿਆਣੇ ਸੱਤ ਬਹੁਤ ਤੇਜ਼ ਨੇ। ਨੈਟ ਇਹ ਤਾਂ ਛੋਟੀ ਜਿਹੀ ਉਂਗਲ ਨਾਲ ਬਹੁਤ ਘੁਮਾਉਂਦੇ ਨੈਟ ਨੂੰ, ਅਸੀਂ ਤਾਂ ਉਹਨਾਂ ਘੁਮਾ ਵੀ ਨਹੀਂ ਸਕਦੇ ਹੈਗੇ। satgurvibli.com ਤੇ ਜਾਓ, satgurvibli.com। ਇਹਦੇ ਤੇ ਬਹੁਤ ਖਜ਼ਾਨਾ ਰੱਖਿਆ ਹੋਇਆ, ਬਹੁਤ ਭਾਰੀ ਖਜ਼ਾਨਾ ਇਹਦੇ 'ਚ। ਔਰ ਮੈਂ ਪੜ੍ਹ ਹੈਰਾਨ ਹੁੰਦਾ ਉਹ ਸਿੰਘ ਦੀ ਕਿੰਨੀ ਖੋਜ ਹੈ। ਜਿਹੜਾ ਪਹਿਲਾਂ ਬੋਪਾ ਰਾਏ ਰਿਹਾ, ਫਿਰ ਉਹਨੇ PhD ਕੀਤੀ, ਫਿਰ ਉਹ ਕੈਨੇਡਾ ਗਿਆ। ਕਿਹੜੇ ਦੇਸ਼ ਵਿੱਚ ਕਿਹੜਾ ਨਾਮ ਸੀ ਗੁਰੂ ਨਾਨਕ ਸਾਹਿਬ ਦਾ। ਫਿਰ ਉਹ ਗੁਰੂ ਨਾਨਕ ਸਾਹਿਬ ਬਾਰੇ ਉਹਨੇ ਜ਼ਿਕਰ ਜਦੋਂ ਕੀਤਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਕਿੱਥੇ ਗਏ ਨੇ ਬੰਦਾ ਮੰਨ ਨਹੀਂ ਸਕਦਾ। ਮਹਾਰਾਜ ਮੈਕਸੀਕੋ ਤੱਕ ਗਏ ਇੱਧਰੋਂ। ਇੱਕ ਬੰਦਾ ਕਹਿੰਦਾ ਕਿੱਥੋਂ ਦੀ ਹੋ ਕੇ, ਮੈਂ ਟੋਰਾਂਟੋ ਦੇ ਵਿੱਚ ਦੀ ਹੋ ਕੇ ਗਿਆ। ਟੋਰਾਂਟੋ ਤੋਂ ਬਸਿਆ ਹੀ ਨਹੀਂ ਸੀ, ਵੈਸੇ ਲੰਘੇ ਉੱਥੋਂ ਸੀ। ਟੋਰਾਂਟੋ ਦਾ ਇਤਿਹਾਸ ਮੈਂ ਪੜ੍ਹਿਆ, ਇਹ ਕਿਵੇਂ ਬਣਿਆ ਟੋਰਾਂਟੋ। ਇਹਦੇ ਬਰਫ਼ ਬਹੁਤ ਜ਼ਿਆਦਾ, 10-10 15-15 ਫੁੱਟ ਬਰਫ਼ ਹੁੰਦੀ ਸੀ। ਇੱਕ ਬੰਦੇ ਨੇ ਸਿਰਫ ਇੱਕ ਖੋਖਾ ਜਿਹਾ ਖੋਲ੍ਹਿਆ ਹੋਇਆ ਸੀ ਕੌਫੀ ਦਾ, ਉਹ ਵੀ ਮਾਰੂ ਦੁੱਧ ਤੋਂ ਬਿਨਾਂ। ਕੋਈ ਲੰਘਦਾ ਰਾਹੀ ਪਾਂਦੀ ਉੱਥੇ ਕੌਫੀ ਪੀਂਦਾ ਸੀ ਉਹਦੇ ਕੋਲ ਬਸ। ਉਹ ਇੱਕ ਹੋਰ ਖੁੱਲ ਗਈ ਦੁਕਾਨ, ਇੱਕ ਹੋਰ ਖੁੱਲ ਗਈ, ਇੱਕ ਹੋਰ ਖੁੱਲ ਗਈ। ਹੁਣ ਉਹਦਾ ਨਾਮ ਟੋਰਾਂਟੋ ਪੈ ਗਿਆ। ਇਸ ਤਰ੍ਹਾਂ ਕੈਨੇਡਾ ਹੌਲੀ ਹੌਲੀ ਵਸਿਆ। ਇਹਨਾਂ ਦੀ ਵੀ ਇੱਕ ਤਰਤੀਬ ਹੈ। ਅਮਰੀਕਾ ਨੂੰ ਜਿਵੇਂ 300 ਸਾਲ, ਕੈਨੇਡਾ ਨੂੰ 250 ਸਾਲ, ਆਸਟ੍ਰੇਲੀਆ ਨੂੰ 200 ਸਾਲ ਤੇ ਨਿਊਜ਼ੀਲੈਂਡ ਨੂੰ 150 ਸਾਲ ਬਣੇ ਨੂੰ ਹੋਇਆ। ਅਸੀਂ
ਜਦੋਂ ਜਾਂਦੇ ਆ ਬਾਹਰਲੇ ਦੇਸ਼ਾਂ 'ਚ, ਤੁਸੀਂ ਕਹੇ ਮੈਨੂੰ ਜੇ ਤੁਸੀਂ ਕਹੋ ਤੂੰ ਵੀ ਤਾਂ ਗਿਆ ਹੀ ਆ, ਮੈਂ ਤੁਹਾਡੇ ਵਾਂਗੂ ਉਹ ਕੁਛ ਨਹੀਂ ਕਰਨ ਗਿਆ, ਮੈਂ ਤਾਂ ਬਹੁਤ ਖੋਜ ਕਰਕੇ ਆਇਆ ਬਾਹਰ। ਮੈਂ ਤਾਂ ਉਹ ਥਾਂ ਦੇਖੀਆਂ ਜਿੱਥੇ ਗੁਰੂ ਨਾਨਕ ਸਾਹਿਬ ਸਪੇਨ ਵਿੱਚ 2 ਜਗ੍ਹਾ ਗਏ, ਗ੍ਰੀਸ ਵਿੱਚ ਅਸੀਂ ਕਈ ਥਾਵਾਂ ਲੱਭੀਆਂ ਮਹਾਰਾਜ ਦੀਆਂ। ਜਦ ਅਸੀਂ ਮਨੀਲਾ ਗਏ ਤਾਂ ਉੱਥੇ ਗੁਰੂ ਨਾਨਕ ਸਾਹਿਬ ਬਾਰੇ ਇੱਕ ਪੁਸਤਕ ਮਿਲਦੀ ਆ ਬਿਦਰ ਤੋਂ, ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਨਕ ਝੀਰਾ ਸਥਾਨ ਹੈ। ਉਹ ਪੁਸਤਕ ਦੇ ਬੈਕ ਸਾਈਡ ਤੇ ਇੱਕ ਨਕਸ਼ਾ ਬਣਿਆ ਹੋਇਆ ਵਰਲਡ ਦਾ, ਗੁਰੂ ਨਾਨਕ ਸਾਹਿਬ ਕਿੱਥੇ ਕਿੱਥੇ ਗਏ ਸੀ। ਉਹ ਮਨੀਲਾ ਦੇ ਇੱਕ ਟਾਪੂ ਤੇ ਵੀ ਗਏ ਸੀ, ਫਿਰ ਅਸੀਂ ਜਹਾਜ਼ ਫੜ ਕੇ ਉਹ ਟਾਪੂ ਤੇ ਗਏ ਵੀ ਉਹ ਗੁਰੂ ਨਾਨਕ ਸਾਹਿਬ ਥਾਂ ਲੱਭਣ ਦਾ ਮੈਂ ਯਤਨ ਤਾਂ ਕੀਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਹੈ। ਜੇ ਗੁਰੂ ਨਾਨਕ ਸਾਹਿਬ ਦੀ ਖੋਜ ਵੱਲ ਜਾਈਏ ਜਾਂ ਉਹਨਾਂ ਦੇ ਚਰਨ ਪਾਉਣ ਦੇ ਪਹਿਲਾਂ, ਮੈਂ ਦੇਖੋ ਮੇਰੇ ਮਨ 'ਚ ਵੀ ਆਉਂਦਾ ਸੀ ਤੁਹਾਡੇ ਵਾਂਗੂ, ਭਾਈ ਗੁਰਦਾਸ ਜੀ ਨੇ ਲਿਖਿਆ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਹ ਗੱਲ ਮੇਰੇ ਮਨ 'ਚ, ਮੈਂ ਕਿਹਾ ਵੀ 4 ਬਾਬੇ ਤਾਰੇ 4 ਚੱਕ, ਵੀ ਚਾਰੇ ਚੱਕਾਂ 'ਚ ਗਏ ਹੋਣੇ ਆ, 9 ਖੰਡਾਂ 'ਚ ਗਏ ਹੋਣੇ ਆ, 7 ਆਕਾਸ਼ 7 ਪਤਾਲ 7 ਦੀਪ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਗਏ ਹੋਣੇ ਆ। ਜਦੋਂ ਖੋਜ ਕੀਤੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਨਹੀਂ ਛੱਡਿਆ। ਉਹ ਭਾਈ ਗੁਰਦਾਸ ਦੀ ਪੰਕਤੀ ਸੱਤ ਹੋ ਗਈ ਵੀ ਬਾਬੇ ਤਾਰੇ 4 ਚੱਕ, ਕੋਈ ਜਗ੍ਹਾ ਛੱਡੀ ਹੀ ਨਹੀਂ ਹੈ ਮਹਾਰਾਜ ਨੇ। ਕੋਈ ਦੇਸ਼ ਨੂੰ ਹੱਥ ਲਾ ਦੋ ਵੀ ਇੱਥੇ ਆਏ ਆ। ਹੁਣ ਇਹਦੇ ਬਾਰੇ ਇਹ ਵੀ ਨਹੀਂ ਬਹੁਤਿਆਂ ਨੂੰ ਪਤਾ ਹੋਣਾ ਬਈ ਜਦੋਂ ਇਹ ਜੰਗ ਹੋਇਆ ਸੀ ਨਾ ਮਹਾਭਾਰਤ ਦਾ, ਉਦੋਂ ਆਸਟ੍ਰੇਲੀਆ ਨਾਲ ਹੀ ਲੱਗਦਾ ਸੀ ਆਪਣੀ ਧਰਤੀ ਤੇ, ਲੰਕਾ ਵੀ। ਇਹ ਜਿਹੜਾ ਪਰੇ ਚੱਲਿਆ ਗਿਆ ਹਿੱਸਾ ਟੁੱਟ ਕੇ ਅਮਰੀਕਾ ਦਾ, ਇਹ ਵੀ ਹੌਲੀ ਹੌਲੀ ਭੁਚਾਲ ਆਉਣ ਨਾਲ ਹਿੱਲੀ ਜਾਂਦੇ, ਪਰੇ ਜਾਈ ਜਾਂਦੇ ਆ। ਇਹ ਸਾਰਾ ਇਕੱਠਾ ਹੀ ਸੀ ਉਦੋਂ। ਮਹਾਭਾਰਤ ਦੇ ਲੋਕ ਜਿਹੜੇ ਸੀਗੇ, ਹੁਣ ਗੱਲ ਚੱਲਦੀ ਇੱਥੇ ਆਈ ਬਈ ਜਦੋਂ ਅਸੀਂ USA 'ਚ ਗਏ ਤਾਂ ਉੱਥੇ ਲਿਖਿਆ ਹੋਇਆ ਗਿੱਲ-ਮਾਨ ਰੋਡ। ਗਿੱਲ-ਮਾਨ ਰੋਡ, ਇਹ ਗਿੱਲ ਕਿੱਥੋਂ ਆ ਗਏ, ਉਰੇ ਮਾਨ ਕਿੱਥੋਂ ਆ ਗਏ? ਮੈਂ ਕਿਹਾ ਇਹ ਕਿੱਥੋਂ ਆ ਗਏ? ਕਹਿੰਦੇ ਕੈਲੀਫੋਰਨੀਆ ਸਟੇਟ, ਇਹ ਮੈਕਸੀਕੋ ਤੋਂ ਖਰੀਦੀ ਹੈ ਇਹਨਾਂ ਨੇ। ਉਹਦੇ ਨਿਸ਼ਾਨ ਜੇ ਬਣੇ ਹੋਏ ਨੇ ਵੀ ਸਮੁੰਦਰ ਦੇ ਨਿਸ਼ਾਨ ਲੱਗੇ ਹੋਏ ਨੇ ਉਹਦੇ ਤੇ, ਪਹਾੜੀਆਂ ਤੇ, ਵੀ ਇਹ ਪਾਣੀ 'ਚ ਡੁੱਬਿਆ ਹੋਇਆ ਸੀ ਪਹਿਲਾਂ। ਫਿਰ ਮੈਕਸੀਕੋ ਦਾ ਇਤਿਹਾਸ ਕੱਢਿਆ। ਮੈਕਸੀਕੋ ਬਿਲਕੁਲ ਪੰਜਾਬ ਵਰਗਾ ਹੁੰਦਾ ਸੀ ਪਹਿਲਾਂ ਪੁਰਾਣੇ ਸਮੇਂ ਵਿੱਚ। ਅਸੀਂ ਜਦ ਪਿੰਡਾਂ ਵਿੱਚ ਰਹਿੰਦੇ ਸੀ ਉਦੋਂ ਕਹਿੰਦੇ ਬਾਹਰ ਚੁੱਲ੍ਹੇ ਹੁੰਦੇ ਸੀ, ਓਟਾ ਬਣਿਆ ਹੁੰਦਾ ਸੀ, ਉੱਥੇ ਰੋਟੀ ਬਣਾਉਂਦੀ ਸੀ, ਉੱਥੇ ਆਪਣਾ ਦੁੱਧ ਗਰਮ ਹੁੰਦਾ ਸੀ, ਉੱਥੇ ਹਾਰੇ ਬਣੇ ਹੁੰਦੇ ਸੀ। ਮੈਕਸੀਕੋ ਵਿੱਚ ਸਾਡੇ ਸਾਰੇ ਗੋਤ ਉੱਥੇ ਬੈਠੇ ਸੀ। ਫਿਰ ਖੋਜ ਕੱਢੀ, ਇਹ ਜਦੋਂ ਧਰਤੀ ਤੇ ਮਹਾਭਾਰਤ ਹੋਇਆ, ਜਿਹੜੇ ਭਗੌੜੇ ਹੋ ਗਏ, ਮਹਾਭਾਰਤ ਦੇ ਯੁੱਧ ਵਿੱਚੋਂ ਕਈ ਭਗੌੜੇ ਵੀ ਹੋਏ ਆ, ਉਹ ਦੌੜ ਕੇ ਮੈਕਸੀਕੋ ਚਲੇ ਗਏ ਵੱਡੇ ਵਡੇਰੇ। ਇਸ ਕਰਕੇ ਗੁਰੂ ਨਾਨਕ ਸਾਹਿਬ ਉੱਥੇ ਵੀ ਗਏ। ਮੈਂ ਜੋ ਥੋੜਾ ਜਿਹਾ ਪੜ੍ਹਿਆ, ਜ਼ਿਆਦਾ ਤਾਂ ਨਹੀਂ। ਜਦ ਮਹਾਰਾਜ ਉੱਥੇ ਗਏ, ਉੱਥੇ ਲੋਕਾਂ ਨੂੰ ਆ ਜਿਹੜੀ ਛੋਟੀ ਮਾਤਾ ਹੁੰਦੀ ਨਿਕਲਦੀ ਆ, ਆਪਾਂ ਕਹਿੰਦੇ ਚੇਚਕ ਜੀ ਹੋ ਗਈ ਆ ਛੋਟੀ, ਇਹ ਨਹੀਂ ਸੀ ਹਟਦੀ। ਬੜੇ ਦੁਖੀ ਸੀ ਲੋਕ। ਗੁਰੂ ਨਾਨਕ ਸਾਹਿਬ ਕੋਲ ਆ ਕੇ ਕਹਿਣ ਲੱਗੇ ਸਾਡੇ ਹਟਦੀ ਨਹੀਂ, ਬਿਮਾਰੀ ਜਾਂਦੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਖਾਣਾ ਨਹੀਂ ਠੀਕ ਹੈ, ਤੁਸੀਂ ਜਿਹੜੀ ਆਹ ਮਾਸ ਮੱਛੀ ਖਾਂਦੇ ਹੋ ਇਹਦੇ ਨਾਲ ਤੁਹਾਨੂੰ ਇਹ ਚੀਜ਼ਾਂ ਨਿਕਲਦੀਆਂ। ਕਹਿੰਦੇ ਮਹਾਰਾਜ ਹੋਰ ਕੀ ਖਾਈਏ? ਫਿਰ ਬਾਣੀ 'ਚ ਇੱਕ ਸ਼ਬਦ ਆਉਂਦਾ, ਪਾਠੀ ਸਿੰਘਾਂ ਨੂੰ ਪਤਾ ਜਾਂ ਜਿਹੜੇ ਸਹਿਜ ਪਾਠ ਕਰਦੇ ਆ, ਉੱਥੇ ਲਿਖਿਆ ਬਚਨ ਗਰੁੜਾ ਖਾਣਾ ਦੁੱਧ ਸਿਉ ਗਾੜ। ਗਰੜਾ ਉਬਲੇ ਹੋਏ ਚੌਲ ਦੁੱਧ ਵਿੱਚ ਮਿਲਾ ਕੇ ਖਾਓ, ਆਹ ਚੀਜ਼ਾਂ ਨਾ ਖਾਓ, ਇਹ ਜਿਹੜੇ ਤੁਹਾਡੇ ਨਿਕਲਦੀ। ਫਿਰ ਮੈਨੂੰ ਆਪਣੀ ਗੱਲ ਯਾਦ ਆ ਗਈ। ਛੋਟੇ ਹੁੰਦੇ ਮੇਰੀ ਲੱਤ ਤੇ ਇੱਕ ਫੋੜਾ ਖੱਬੇ ਪਾਸੇ ਨਿਕਲਿਆ ਗੋਡੇ ਤੋਂ ਥੱਲੇ। ਜਦ ਫੋੜਾ ਨਿਕਲਿਆ ਉਹ 'ਚ ਪਾਣੀ ਜਿਹਾ ਰਿਸਣ ਲੱਗਿਆ, ਉਦੋਂ ਗਾਂਹ ਇੱਕ ਹੋ ਗਿਆ, ਫਿਰ ਇੱਕ ਉਦੋਂ ਗਾਂਹ ਹੋ ਗਿਆ। ਜਦ 4-5 ਹੋ ਗਏ, ਮੈਂ ਆਪਣੀ ਦਾਦੀ ਨੂੰ ਕਿਹਾ ਵੀ ਇਹ ਨਿਕਲੀ ਤੁਰੇ ਆਉਂਦੇ ਨੇ। ਉਹ ਕਹਿੰਦੀ ਵੈਦ ਹੈਗਾ ਆਪਣੇ ਪਿੰਡ 'ਚ, ਚਲ ਉਹਦੇ ਕੋਲ ਚੱਲਦੇ ਆ। ਉਦੋਂ ਮੈਂ 6-7 ਸਾਲ ਦਾ ਸੀ। ਜਦ ਉਹਦੇ ਕੋਲ ਗਏ, ਕਹਿੰਦੇ ਆਹ ਨਿਕਲਿਆ, ਕਹਿੰਦੇ ਦਿਖਾਓ ਤਾਂ।
ਉਹ ਕਹਿੰਦਾ ਐਂ ਕਰਿਓ, ਲੱਸੀ ਲੈ ਕੇ ਨਾ ਅੱਧਾ ਗਲਾਸ, ਉਹ 4-5 ਚਮਚੇ ਚੌਲਾਂ ਦੇ ਪਾ ਕੇ ਉਹਨੂੰ ਚੁੱਲ੍ਹੇ ਤੇ ਉਬਾਲ ਲਿਓ। ਦੇਖੋ ਦਵਾਈ ਸੁਣੀ ਕਦੇ ਇਹ? ਉਬਾਲੀ ਜਾਇਓ ਉਬਾਲੀ ਜਾਇਓ, ਜਦੋਂ ਥੋੜੀ ਜਿਹੀ ਲੱਸੀ ਰਹਿ ਗਈ ਉਦੋਂ ਚੌਲ ਬਾਹਰ ਕੱਢ ਲੈਣੇ ਆ, ਕੋਸੇ ਜੇ ਚੌਲ ਇਹਦੇ ਇਹ ਫੌੜਿਆਂ ਤੇ ਬੰਨ ਦੋ, ਪੱਟੀ ਠੀਕ ਹੋ ਜੀ। ਹੁਣ ਇਹ ਚੀਜ਼ਾਂ ਕੌਣ ਦੱਸਦਾ? ਔਰ ਵਾਕਈ ਉਹ ਥੋੜੇ ਦਿਨਾਂ 'ਚ ਮੈਂ ਠੀਕ ਹੋ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਜਾ ਕੇ ਲੋਕਾਂ ਨੂੰ ਜੋ ਉਪਦੇਸ਼ ਦਿੱਤੇ, ਪਿੱਛੇ ਜੇ ਮੈਂ ਨੈਟ ਤੇ ਪਾਇਆ ਹੋਇਆ ਸੀ, ਗ੍ਰੀਸ ਦੇ ਵਿੱਚ 8 ਥਾਂ ਗਏ ਨੇ ਮਹਾਰਾਜ। ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿੰਨੀ ਮਿਹਨਤ ਕੀਤੀ, ਜਿੰਨੀ ਥਾਈਂ ਉਹ ਗਏ ਨੇ, ਆਹ ਲੋਕ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਕਹਿੰਦੇ 38,000 ਮੀਲ ਗਏ, ਕੋਈ ਇੰਨੇ ਮੀਲ ਗਏ। ਇਹ ਤਾਂ ਠੀਕ ਹੈ, ਥੋੜੇ ਅੰਕੜੇ ਹੋਣਗੇ, ਪਰ ਜਿਹੜੇ ਉਹ ਬਗਦਾਦ ਦੇ ਪੀਰ ਦੇ ਲੜਕੇ ਨੂੰ ਲੈ ਕੇ ਗਏ ਸੀ, ਪਾਤਾਲਾਂ ਪਾਤਾਲ, ਲੱਖੀ ਆਗਾਸਾਂ ਆਗਾਸ, ਉਹਨੂੰ ਲੈ ਕੇ ਗਏ ਸੀ, ਉਹ ਕਿੰਨੇ ਕਿਲੋਮੀਟਰ ਸੀ ਆਪਸ ਵਿੱਚ। ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ, ਜਿਹੜਾ ਵੀ ਸ਼ਬਦ ਉਚਾਰਨ ਕੀਤਾ, ਉਹ ਸ਼ਬਦ ਨੂੰ ਲਿਖਿਆ, ਲਿਖਵਾਇਆ, ਉਹ ਪੋਥੀ ਨਾਲ ਰੱਖੀ ਹਮੇਸ਼ਾ। ਮਹਾਰਾਜ ਜਦੋਂ ਮੱਕੇ ਗਏ ਨੇ, ਇਹ ਵੀ ਗੱਲ ਬੜੀ ਅਜੀਬ ਜੀ ਲੱਗਦੀ ਮੈਨੂੰ। ਨਾਲੇ ਇਸ ਗੱਲ ਦਾ ਹੁੰਦਾ, ਦੇਖੋ ਗੁਰੂ ਨਾਨਕ ਸਾਹਿਬ ਸਾਰੇ ਥਾਂ ਪਹਿਲਾਂ ਹੀ ਜਾਏ। ਮੱਕੇ ਗੁਰੂ ਨਾਨਕ ਸਾਹਿਬ ਗਏ, ਜਗਨਨਾਥਪੁਰੀ ਗੁਰੂ ਨਾਨਕ ਸਾਹਿਬ ਗਏ, ਹਰਿਦੁਆਰ ਗਏ, ਕੁਰੂਕਸ਼ੇਤਰ ਗਏ, ਫਿਰ ਜਿਹੜਾ ਰੋਮ ਦੇ ਵਿੱਚ ਵੈਟੀਕਨ ਸਿਟੀ ਸੀ, ਉੱਥੋਂ ਦੇ ਪੋਪ ਨੂੰ ਗੁਰੂ ਨਾਨਕ ਸਾਹਿਬ ਮਿਲੇ। ਸਪੇਨ ਵਿੱਚ ਗੁਰੂ ਨਾਨਕ ਸਾਹਿਬ ਇੱਕ ਚਰਚ ਵਿੱਚ ਗਏ, ਮੈਂ ਉੱਥੇ ਜਾ ਕੇ ਆਇਆ। ਫਿਰ 1500 ਸਾਲ ਪੁਰਾਣਾ ਚਰਚ ਆ। ਮੈਂ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕਰਦੇ, ਉਹਦੇ ਵਿੱਚ ਥੱਲੇ ਲਿਖਿਆ ਸੀ ਕਿ ਉੱਥੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਲਿਖਿਆ। ਮੈਂ ਉਸ ਮੂਲ ਮੰਤਰ ਦੀ ਖੋਜ ਵਿੱਚ ਗਿਆ ਸੀ। ਅਸਲ 'ਚ ਮੈਂ ਲੱਭਦਾ 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 ਮੈਨੂੰ ਲੱਭਿਆ ਹੀ ਨਹੀਂ। ਮੈਂ ਮੁੜ ਆਇਆ। ਜਦੋਂ ਮੈਂ USA ਕਥਾ ਰਿਕਾਰਡ ਕਰ ਰਿਹਾ, ਉਦੋਂ ਮੈਨੂੰ ਸਿੰਘਾਂ ਦਾ ਉੱਥੋਂ ਫੋਨ ਆਇਆ ਇੱਕ ਬੰਦੇ ਦਾ, ਕਹਿੰਦੇ ਉਹ ਮੂਲ ਮੰਤਰ ਲੱਭ ਗਿਆ, ਕਿੱਥੇ ਲਿਖਿਆ ਹੋਇਆ। ਫਿਰ ਉਹਨੇ ਮੈਨੂੰ ਫੋਟੋਆਂ ਭੇਜੀਆਂ। ਪਹਿਲਾਂ ਤਾਂ ਉੱਥੇ ਇੱਕ ਓਂਕਾਰ ਇੱਕ ਓਂਕਾਰ ਇੱਕ ਓਂਕਾਰ ਲਿਖਿਆ, ਫਿਰ ਮੂਲ ਮੰਤਰ ਵੀ ਲਿਖਿਆ ਮਿਲ ਗਿਆ। ਕਈ ਦੇਸ਼ਾਂ 'ਚ ਮੂਲ ਮੰਤਰ ਵੀ ਲਿਖਿਆ, ਗੁਰੂ ਨਾਨਕ ਸਾਹਿਬ ਨੇ ਬਖਸ਼ਿਆ। ਗੁਰੂ ਨਾਨਕ ਸਾਹਿਬ ਨੇ ਜਿੰਨੀ ਵੀ ਬਾਣੀ ਰਚੀ, ਸਾਰੀ ਬਾਣੀ ਰਚ ਕਰਕੇ ਪੋਥੀ ਹਮੇਸ਼ਾ ਆਪਣੇ ਕੋਲ ਰੱਖਦੇ ਸੀ, ਬੜੀ ਸੰਭਾਲ ਕੇ। ਜਦੋਂ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ, ਤਾਂ ਉਹ ਪੋਥੀ ਫਿਰ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਸੀ। ਉਹਨਾਂ ਨੇ ਕਹਾ ਕਿ ਤੀਜੇ ਪਾਤਸ਼ਾਹ ਨੂੰ ਬਖਸ਼ੀ ਸੀ ਵੀ ਤੁਹਾਡੇ ਕੋਲ ਪੰਜਵੇਂ ਪਾਤਸ਼ਾਹ ਲੈਣ ਆਉਣਗੇ, ਤੁਸੀਂ ਇਹ ਸੰਭਾਲ ਕੇ ਰੱਖਿਓ। ਇਹ ਫਿਰ ਜਦੋਂ ਉਹ ਸਰੂਪ ਰਚਣਗੇ, ਉਦੋਂ ਉਸ ਸਰੂਪ ਦੇ ਵਿੱਚ ਫਿਰ ਇਹ ਪੋਥੀ ਸਹਾਇਕ ਹੋਊਗੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪੋਥੀਆਂ ਲੈਣ ਵਾਸਤੇ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਭਾਈ ਸੱਤਾ ਬਲਵੰਡਾ ਜੀ ਨਾਲ ਇਹ ਗੱਲ ਚੱਲ ਰਹੀ ਸੀ ਆਪਣੀ, ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਸੀ, ਤਾਂ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਸਮਾਂ ਲੰਘਦਾ ਜਾ ਰਿਹਾ, ਆਸਾ ਦੀ ਵਾਰ, ਚਲੋ ਸਾਰਿਆਂ ਸਿੱਖਾਂ ਨੂੰ ਸਾਜ ਫੜਾ ਕੇ ਆਪ ਕੀਰਤਨ ਕਰਨ ਬੈਠੇ। ਕਹਿੰਦੇ ਅੱਜ ਤੋਂ ਜਿਹੜੀ ਕੀਰਤਨ ਦੀ ਦਾਤ ਆ, ਉਹ ਮੈਂ ਸਿੱਖਾਂ ਨੂੰ ਦੇ ਦਿੱਤੀ। ਇੱਥੋਂ ਆਪਾਂ ਕੀਰਤਨ ਦੀ ਦਾਤ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਹੈ। ਪੰਡਿਤ ਨੇ ਇੱਕ ਦਿਨ ਜਵਾਬ ਦੇ ਦਿੱਤਾ, ਜਿਹੜਾ ਕਥਾ ਕਰਨ ਆਉਂਦਾ ਸੀ, ਕਹਿੰਦਾ ਕਥਾ ਮੈਂ ਕਰਦਾ, ਇਕੱਠ ਮੇਰੇ ਕਰਕੇ ਹੁੰਦਾ, ਪੈਸੇ ਮਹਾਰਾਜ ਲੈ ਜਾਂਦੇ ਸਾਰੇ। ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਣ ਲੱਗ ਪਿਆ। ਮਹਾਰਾਜ ਕਹਿੰਦੇ ਚਲੋ ਫਿਰ ਹੁਣ ਕਥਾ ਦੀ ਦਾਤ ਵੀ ਅਸੀਂ ਗੁਰਸਿੱਖਾਂ ਨੂੰ ਹੀ ਦੇ ਦਿੰਦੇ ਹਾਂ। ਆਪਾਂ ਨੂੰ ਕੀਰਤਨ ਦੀ ਦਾਤ ਵੀ ਗੁਰੂ ਸਾਹਿਬ ਨੇ ਬਖਸ਼ੀ ਹੈ, ਕਥਾ ਦੀ ਦਾਤ ਵੀ ਬਖਸ਼ਿਸ਼ ਕੀਤੀ ਹੈ। 5 ਸਰੂਪਾਂ ਤੱਕ ਤਾਂ ਬਹੁਤ ਸ਼ਾਂਤਮਈ ਸਮਾਂ ਰਿਹਾ। ਫਿਰ ਇਹ ਕਹਿੰਦੇ ਸੀ ਇਹ ਗਵਾਰ ਲੋਕ ਹੈ, ਇਹਨਾਂ ਨੂੰ ਪਤਾ ਨਹੀਂ ਕੁਛ। ਫਿਰ 6ਵੇਂ ਪਾਤਸ਼ਾਹ ਨੇ ਸਾਨੂੰ ਸ਼ਸਤਰ ਬਖਸ਼ਿਸ਼ ਕੀਤੇ ਸੀ, ਸ੍ਰੀ ਅਕਾਲ ਤਖਤ ਸਾਹਿਬ ਦੀ ਬਖਸ਼ਿਸ਼ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਜਿਹੜੀ, ਕਿਉਂਕਿ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਨੂੰ ਘੋੜ ਸਵਾਰੀ, ਸੰਥਿਆ ਗੁਰੂ ਗ੍ਰੰਥ ਸਾਹਿਬ ਦੀ ਸਾਰਾ ਪਾਠ ਸਿਖਾਉਣਾ, ਘੋੜ ਸਵਾਰੀ ਕਰਾਉਣੀ,
ਸ਼ਸਤਰ ਵਿਦਿਆ ਸਾਰੀ ਸਿਖਾਈ, ਬਹੁਤ ਕੁਝ ਸਿਖਾਇਆ। ਆਪਣੇ ਕੋਲ ਇੰਨਾ ਟਾਈਮ ਨਹੀਂ, ਦੁਨਿਆਵੀ ਕੰਮ ਬਹੁਤੇ ਵੱਧ ਗਏ ਆ। ਜੇ ਇਤਿਹਾਸ ਨੂੰ ਠੰਡੇ ਦਿਮਾਗ ਨਾਲ ਬਹਿ ਕੇ ਬਚ ਗਏ, ਛੇਵੇਂ ਪਾਤਸ਼ਾਹ ਕੋਲ ਬਹੁਤ ਤਕੜੀ ਰਾਜਨੀਤੀ ਸੀ। ਹੁਣ ਇੱਥੇ ਉਹ ਚੀਜ਼ਾਂ ਇੰਨੇ ਸਮੇਂ ਥੋੜੇ ਸੁਣਾ ਨਹੀਂ ਸਕਦੇ, ਬਹੁਤ ਕੁਛ ਮਹਾਰਾਜ ਨੇ ਸਿੱਖਾਂ ਨੂੰ ਫਿਰ ਉਹ ਚੀਜ਼ਾਂ ਸਿਖਾਈਆਂ, ਕਿੱਦਾਂ ਆਪਾਂ ਇਹ ਕਰਨਾ, ਆਹ ਕੰਮ ਕਾਰਜ ਕਿੱਦਾਂ ਕਰਨਾ। ਪਹਿਲੀ ਵਾਰ ਗੁਰਮਤਾ ਹੋਇਆ ਸੀ, ਸਿੱਖਾਂ ਨੂੰ ਇਹ ਸਿਖਾ ਗਿਆ ਸੀ ਕਿ ਗੁਰਮਤਾ ਕਿਵੇਂ ਕਰਨਾ, ਕੱਲਿਆਂ ਕੰਮ ਨਹੀਂ ਕਰਨਾ, ਬੈਠ ਕੇ ਗੁਰਮਤਾ ਕਰਿਆ ਕਰੋ, ਪਹਿਲਾਂ ਸਲਾਹ ਕਰਿਆ ਕਰੋ, ਫਿਰ ਕੰਮ ਕਰਿਆ ਕਰੋ। ਸੋ ਇਸ ਕਰਕੇ ਇਹ ਮਹਾਰਾਜ ਨੇ ਇੱਕ ਚੀਜ਼ ਦਿੱਤੀ, ਗੁਰੂ ਨਾਨਕ ਸਾਹਿਬ ਨੇ ਕੀਰਤਨ ਕਥਾ, ਅੱਗੇ ਪੰਜਵਿਆਂ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਕਥਾ ਕੀਰਤਨ, ਛੇਵੇਂ ਪਾਤਸ਼ਾਹ ਨੇ ਅੱਗੇ ਸਾਨੂੰ ਢਾਡੀ ਬਖਸ਼ੀ, ਨੱਥਾ ਤੇ ਅਬਦੁੱਲਾ। ਭਾਈ ਨੱਥਾ ਤੇ ਅਬਦੁੱਲਾ ਦਾ ਪਿੰਡ ਸੀ ਸੁਰ ਸਿੰਘ, ਜਿੱਥੇ ਬਾਬਾ ਦਇਆ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖ ਹੋਏ, ਜਿੱਥੇ ਬਾਬਾ ਸੋਹਣ ਸਿੰਘ ਜੀ ਹੋਏ ਨੇ, ਉਹ ਪਿੰਡ ਸੀ ਇਹਨਾਂ ਦਾ। ਇਸ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਪਹਿਲੀ ਵਾਰ ਜਦੋਂ ਵਾਰਾਂ ਗਾਈਆਂ, ਹੁਣ ਆਪਣੇ ਤਾਂ ਕੋਈ ਇਤਿਹਾਸ ਹੈ ਨਹੀਂ ਸੀ, ਫਿਰ ਪਿਛਲਿਆਂ ਰਾਜਿਆਂ ਦੀਆਂ ਵਾਰਾਂ ਗਾਈਆਂ, ਉਹ ਧੁਨਾਂ ਜਦੋਂ ਸੁਣਾਈਆਂ, ਲੱਲਾ ਬਹਿਲੀਮਾ ਕੀ ਧੁਨ ਗਾਵਣੀ, ਟੁੰਡੇ ਅਸ ਰਾਜੇ ਕੀ ਧੁਨੀ, ਹੋਰ ਬਹੁਤ ਸਾਰੇ 9 ਧੁਨਾਂ ਫਿਰ 9 ਮਹਾਰਾਜ ਛੇਵੇਂ ਪਾਤਸ਼ਾਹ ਨੇ ਪ੍ਰਵਾਨ ਕਰ ਲਈਆਂ। ਕਹਿੰਦੇ ਵੀਰ ਰਸ ਜ਼ਰੂਰੀ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ ਕੁੱਲ, ਇੱਕ ਵਾਰ 10ਵੇਂ ਪਾਤਸ਼ਾਹ ਲਿਖੇ ਚੰਡੀ ਦੀ ਵਾਰ, ਜੋ ਵੀਰ ਰਸੀ ਆ। ਇਹ ਜਿਹੜੀ ਆ 9 ਧੁਨਾਂ ਚੜਾਈਆਂ। ਜਦੋਂ ਕਥਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਰਿਕਾਰਡ ਮੈਂ ਸੁਣਾ ਕੇ ਵੀ ਸਾਰੀਆਂ ਸੁਣਾਈਆਂ ਵੀ ਹੋਈਆਂ ਉਹਦੇ ਵਿੱਚ, ਇਹ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਰਿਕਾਰਡ ਆ ਆਪਣੇ ਕੋਲ। ਇਸ ਕਰਕੇ 9 ਧੁਨਾਂ ਉਹਦੇ ਵਿੱਚ ਚੜਾਈਆਂ। ਲੋਕੀ ਛੋਟਾ ਦਿਮਾਗ ਹੈ, ਛੋਟੀ ਗੱਲ ਕਰਦੇ ਵੀ ਇਹ ਜੀ ਇੰਨੇ ਸਰੂਪਾਂ ਦੀ ਬਾਣੀ ਆ, 6 ਸਰੂਪਾਂ ਦੀ ਬਾਣੀ ਆ। ਨਹੀਂ, ਧੁਨਾਂ ਵੀ ਚੜਾਈਆਂ ਮਹਾਰਾਜ ਜੀ ਨੇ। ਹੁਣ ਆਜੋ ਅੱਗੇ ਇਸ ਗੱਲ ਤੇ ਵੀ ਦੱਸ, ਮੈਂ ਕਹਿੰਦਾ ਇਹ ਸਰੂਪ ਹੀ 10ਵੇਂ ਪਾਤਸ਼ਾਹ ਰਚਿਆ ਸਾਰਾ, ਤੁਸੀਂ ਕਹਿੰਦੇ ਹੋ ਇਹ ਸਰੂਪ 5ਵੇਂ ਪਾਤਸ਼ਾਹ ਰਚਿਆ। ਜਦੋਂ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਜਾ ਕੇ ਮਹਾਰਾਜ ਨੇ ਲਿਖਾਰੀ ਲਾ ਕੇ ਭਾਈ ਮਨੀ ਸਿੰਘ ਨੂੰ 64 ਸਾਲ ਦੀ ਉਮਰ 'ਚ ਲਿਖਾਰੀ ਲਾਇਆ, ਕਹਿੰਦੇ ਲਿਖੋ। ਕਹਿੰਦੇ ਮਹਾਰਾਜ ਮੈਨੂੰ ਤੇ ਇੰਨੀ ਵੱਡੀ ਦਾਤ ਦੇਤੀ, ਮੈਨੂੰ ਲਿਖਣਾ ਤਾਂ ਆਉਣਾ ਨਹੀਂ। ਭਾਈ ਗੁਰਦਾਸ ਜੀ ਨੇ ਵੀ ਇਹੀ ਕਿਹਾ ਸੀ, ਮੈਨੂੰ ਲਿਖਣਾ ਤਾਂ ਆਉਣਾ ਨਹੀਂ। 5ਵੇਂ ਪਾਤਸ਼ਾਹ ਨੇ ਕਿਹਾ ਸੀ ਕਲਮ ਫੜ ਲਈ ਹੱਥ ਵਿੱਚ, ਸ਼ਾਹੀ ਦਾ ਟੋਭਾ ਲਾਉਂਦਾ ਰਹੀਂ, ਕਲਮ ਆਪੇ ਚੱਲੂਗੀ, ਤੂੰ ਨਹੀਂ ਲਿਖੇਗਾ ਲਿਖਾਊਗਾ ਕੋਈ ਤੈਨੂੰ। ਜਿਵੇਂ ਭਾਈ ਮਰਦਾਨੇ ਨੇ ਕਿਹਾ ਸੀ ਇਹ ਰਬਾਬ ਤਾਂ ਫੜਾਤੀ, ਵਜਾਉਣੀ ਤਾਂ ਆਉਂਦੀ ਨਹੀਂ, ਕਹੇ ਤੂੰ ਕੁਝ ਨਹੀਂ ਕਰਨਾ, ਬਸ ਮੋਢੇ ਲਾ ਕੇ ਬੈਠਾ ਰਹਿ, ਆਪੇ ਗਾਏਗਾ ਆਪੇ ਵੱਜੂਗੀ। ਹੁਣ ਵੀ ਉਹ ਰਬਾਬ ਲੱਭ ਗਈ ਆਪਾਂ ਨੂੰ, ਨੈਟ ਤੇ ਆਇਆ ਸੀ, ਕਿਸੇ ਨੇ ਦੇਖਿਆ ਵੀ ਹੋਣਾ। ਉਹ ਕਈ ਵਾਰ ਰਾਤ ਨੂੰ ਆਪੇ ਵੱਜ ਪੈਂਦੀ ਹੈ, ਕਈ ਵਾਰ ਦਿਨੇ ਵੱਜਦੀ ਹੈ, ਹੁਣ ਵੀ ਹੈ ਉਹ। ਇਹ ਜਿਹੜਾ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਦਾਤ, ਕੀਰਤਨ ਕਥਾ, ਰਬਾਬ, ਗੱਤਕਾ, ਇਹ ਢਾਡੀਆਂ ਦੀਆਂ ਵਾਰਾਂ। ਜਦ ਮਹਾਰਾਜ ਚੰਦੂ ਨੂੰ ਫੜ ਕੇ ਲਿਆ ਕੇ ਚੰਦੂ ਨੂੰ ਮਾਰਿਆ ਸੀ ਲਾਹੌਰ, ਉੱਥੇ ਮਹਾਰਾਜ ਨੇ ਤੰਬੂ ਲਗਵਾ ਕੇ ਢਾਡੀਆਂ ਦੀਆਂ ਵਾਰਾਂ ਸਾਰੀ ਰਾਤ ਗਵਾਈਆਂ। ਲਿਖਦੇ ਕਵੀ ਸੰਤੋਖ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਜਦੋਂ ਕੋਈ ਵਾਰ ਆਉਂਦੀ ਸੀ, ਢਾਡੀ ਕਹਿੰਦੇ ਸੀ ਇਹ ਜਦੋਂ ਕਰਦੇ, ਉਦੋਂ 6ਵੇਂ ਪਾਤਸ਼ਾਹ ਕਹਿੰਦੇ ਆਹ ਆਹ ਵਾਹ, ਉੱਥੇ ਲਿਖਿਆ ਹੋਇਆ ਉਹਨਾਂ ਨੇ, ਵਾਹ ਵਾਹ। ਸਤਿਗੁਰੂ ਕਹਿੰਦੇ ਅੱਜ ਸਾਰੀ ਰਾਤ ਲੱਗੇ ਰਹੋ, ਔਰ ਬਹੁਤ ਧੰਨ ਦਿੱਤਾ ਉਹਨਾਂ ਨੂੰ। 5ਵੇਂ ਪਾਤਸ਼ਾਹ ਜਦੋਂ ਸ਼ਹੀਦ ਹੋਏ, ਜੋ ਉਹਨਾਂ ਦੀ ਯਾਦ ਵਿੱਚ ਜਿਹੜਾ ਸਹਿਜ ਪਾਠ ਕੀਤਾ ਬਾਬਾ ਬੁੱਢਾ ਜੀ ਨੇ ਕੀਤਾ ਸੀ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬਹੁਤ ਸਾਰੇ ਬਸਤਰ, ਸੋਨੇ ਦੀਆਂ ਮੋਹਰਾਂ, ਕਿੰਨਾ ਕੁਛ, ਮੱਝਾਂ ਗਾਵਾਂ, ਜਾਂ ਕਹਿ ਲਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਹਰਾਂ, ਬਦਾਮ, ਘਿਓ ਦੇ ਪੀਪੇ, ਜਿਹੜੇ ਐ ਕਹਿ ਲਓ ਘਿਓ ਖੁੱਲਾ ਦਿੱਤਾ, ਘੜੇ ਭਰ ਭਰ ਕੇ। ਸਤਿਕਾਰ ਕਰਨਾ ਸਿਖਾਇਆ ਸੀ ਬਾਣੀ ਦਾ।
ਇਸ ਕਰਕੇ ਇਹ ਜਿਹੜੀ ਆ ਹੁਣ ਜਦ ਕਲਗੀਧਰ ਪਿਤਾ ਨੇ ਸੰਥਿਆ ਸ਼ੁਰੂ ਕਰਾਈ ਜਾ ਕੇ ਸ੍ਰੀ ਦਮਦਮਾ ਸਾਹਿਬ, ਸੰਥਿਆ ਵੀ ਕਰਾਈ, ਕਹਿੰਦੇ ਪਹਿਲਾਂ ਸਰੂਪ ਰਚ ਲਈਏ, ਕਹਿੰਦੇ ਪੰਜਵੇਂ ਪਾਤਸ਼ਾਹ ਵਾਲਾ ਸਰੂਪ ਲੈ ਕੇ ਆਓ। ਜਦ ਲੈਣਗੇ ਧੀਰ ਮੱਲੀਆਂ ਕੋਲੇ, ਇਤਿਹਾਸ ਵਿੱਚ ਆਉਂਦਾ ਧੀਰ ਮੱਲ ਤਾਂ ਚੜ੍ਹਾਈ ਕਰ ਗਿਆ ਸੀ, ਉਹਦਾ ਭਰਾ ਰਿਸ਼ਤੇਦਾਰ ਸੀ ਉਹਦਾ ਕੋਈ ਆ, ਉਹਨਾਂ ਨਾ ਕਰਤੀ ਵੀ ਜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆਪੇ ਲਿਖ ਲਓ। ਮਹਾਰਾਜ ਕਹਿੰਦੇ ਚੰਗਾ ਠੀਕ ਹੈ। ਇੱਕ ਸਰੂਪ ਭਾਈ ਕੀ ਡਰੋਲੀ ਪਿਆ ਸੀ, ਦੀਵਾਨ ਆਨੰਦ ਚੰਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਦੌੜਿਆ ਸੀ। ਉਹ ਕੋਈ ਸਾਧੂ ਆਇਆ ਸੀ ਨਿਰਮਲਾ ਸਰੂਪ ਲੈ ਕੇ, ਸਾਈਨ ਕਰਾਉਣੇ ਸੀ ਮਹਾਰਾਜ ਦੇ। ਉਹ ਅੱਜ ਕਰਾਉਣੇ ਆ, ਕੱਲ ਕਰਾਉਣੇ, ਕਰ ਕਰਾ ਕੇ ਉਹ ਲਾਲਚ ਆ ਗਿਆ, ਮਨ ਚੋਂ ਲੈ ਕੇ ਦੌੜ ਗਿਆ, ਭਾਈ ਕੀ ਡਰੋਲੀ ਰੱਖੀ। ਉਹ ਪਿੱਛੇ ਜੇ ਇੱਕ ਸਿੰਘ ਨੇ ਮੈਨੂੰ ਪ੍ਰਸ਼ਨ ਵੀ ਭੇਜਿਆ ਸੀ ਵੀ ਮੈਂ ਵੀ, ਉਹਨੂੰ ਗਲਤ ਫਹਿਮੀ ਸੀ, ਕਹਿੰਦਾ ਮੈਂ ਸੁਣਿਆ ਸਰੂਪ ਦੇ ਦਰਸ਼ਨ ਕਰਨ ਨਾਲ ਬੰਦਾ ਅੰਨਾ ਹੋ ਜਾਂਦਾ। ਇੱਕ ਬੰਦੇ ਨੇ ਵੀ ਉਹ ਫਲਾਨਾ ਬੰਦਾ ਪੁੱਛਦਾ, ਮੈਂ ਕਿਹਾ ਧਿਆਨ ਨਾਲ ਕਥਾ ਸੁਣੋ। ਮਹਾਰਾਜ ਨੇ ਕਿਹਾ ਸੀ ਜਿਹੜਾ ਇਸ ਬੀੜ ਦੇ ਉੱਤੇ ਸਹਿਜ ਪਾਠ ਕਰੂਗਾ ਉਹਦੀ ਨਿਗਾਹ ਚਲੀ ਜਾਊ। ਮੈਂ ਧਿਆਨ ਨਾਲ ਸੁਣੋ ਗੱਲ। ਇਸ ਕਰਕੇ ਉਹ ਸਰੂਪ ਮੰਗਵਾ ਵੀ ਸਕਦੇ ਸੀ, ਕਹਿ ਵੀ ਸਕਦੇ ਸੀ ਚਲੋ ਠੀਕ ਆ ਭਾਈ ਹੁਣ ਇਹਨੂੰ ਵਰ ਦੇ ਦਿੰਦੇ ਆ, ਪਰ ਮਹਾਰਾਜ ਕਹਿੰਦੇ ਫਿਰ ਸਿੱਖਾਂ ਦੇ ਮਨ 'ਚ ਸ਼ੰਕਾ ਆ ਜਾਣੀ ਆ ਵੀ ਮਹਾਰਾਜ ਨੂੰ ਤਾਂ ਅੰਤਰਜਾਮਤਾ ਨਹੀਂ ਹੈਗੀ। ਫਿਰ ਸਾਰੇ ਤਿਆਰੀ ਕਰਵਾ ਕੇ ਕਾਨੀਆਂ, ਕਲਮਾਂ, ਦਵਾਤ, ਸ਼ਾਹੀ ਕਾਗਜ਼ ਸਾਰੇ ਖਾ ਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਕਹਿੰਦੇ ਆਪੇ ਕਲਮ ਲਿਖੂਗੀ, ਪਰਵਾਹ ਨਾ ਕਰਿਓ। ਇੱਕ ਓੰਕਾਰ ਸਤਨਾਮ ਤੋਂ ਬਾਣੀ ਪ੍ਰਾਰੰਭ ਕੀਤੀ। ਜਿੱਥੇ ਚ ਨੌਵੇਂ ਪਾਤਸ਼ਾਹ ਦੇ ਅਸਥਾਨ ਛੱਡੇ ਹੋਏ ਸੀ ਪੰਜਵੇਂ ਪਾਤਸ਼ਾਹ ਨੇ, ਉਹ ਕਿਹਨੇ ਲਿਖਾਈ ਬਾਣੀ? ਉਹ 10ਵੇਂ ਪਾਤਸ਼ਾਹ ਨੇ ਹੀ ਲਿਖਾਈ ਸੀ ਸਾਰੀ ਬਾਣੀ। ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ 10ਵੇਂ ਪਾਤਸ਼ਾਹ ਨੇ ਲਿਖਵਾਇਆ ਹੋਇਆ। ਅਸੀਂ ਹਾਲੇ ਇੰਨੀ ਬਰੀਕੀ 'ਚ ਗਏ ਨਹੀਂ ਹੈ। ਤੁਸੀਂ ਕਹਿੰਦੇ ਜੋ ਕੋਈ ਕਹਿੰਦੇ 6 ਪਾਤਸ਼ਾਹ ਦੀ ਬਾਣੀ ਹੈ, ਮੈਂ ਕਹਿੰਦਾ ਹੈ ਹੀ 10 ਦੀ ਆ। ਨਾਲੇ ਕਹਿੰਦੇ 10 ਗੁਰਾਂ ਦੀ ਜੋਤ ਹੈ, ਤੇ ਜੋਤ ਫਿਰ ਉਹ ਜਦੋਂ ਵੱਖਰੀ ਹੋ ਗਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਜੋਤ ਦੇ ਰਾਹੀਂ ਬਾਣੀ ਲਿਖਵਾਈ, ਹਾਸ਼ੀਏ ਛੱਡੇ ਹੋਏ ਸੀਗੇ ਮਹਾਰਾਜ ਨੇ, ਉਹਨੇ ਖਾਲੀ ਪੱਤਰੇ ਅੰਗ, ਨੌਵੇਂ ਪਾਤਸ਼ਾਹ ਸਾਰੀ ਬਾਣੀ ਰਚਾਈ। ਜਦੋਂ ਆਈ ਕਹੋ ਕਬੀਰ ਜਨ ਭਏ ਖਲਾਸੇ, ਮਹਾਰਾਜ ਕਹਿੰਦੇ ਇਹ ਖਲਾਸੇ ਹੁਣ ਬਸ ਰਹਿਣ ਦੋ, ਹੁਣ ਇੱਥੇ ਲਿਖ ਦੋ ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਕਹਿੰਦੇ ਮਹਾਰਾਜ ਨਾਲੇ ਫਿਰ ਰਾਮ ਰਾਏ ਜੀ ਨੂੰ ਕੱਢਤਾ ਸੀ, ਪੰਗਤੀ ਬਦਲੀ ਉਹਨਾਂ ਨੇ, ਤੁਸੀਂ ਵੀ ਇਹ ਬਦਲਤੀ। ਹੁਣ ਮਹਾਰਾਜ ਕਹਿੰਦੇ ਪਰਿਵਾਰ ਦੀਆਂ 22 ਸ਼ਹੀਦੀਆਂ ਦੇ ਕੇ ਬਦਲੀ ਆ। ਉਹਨੇ ਤਾਂ ਉਹੀ ਬਦਲਤੀ ਸੀ, ਉਹਨੇ ਤਾਂ ਰੰਗਜੀਤ ਨੂੰ ਖੁਸ਼ ਕਰਨ ਲਈ ਕੀਤਾ ਸੀ। ਪਰ ਅਸੀਂ ਸੱਚਮੁੱਚ ਕਹਿੰਦੇ ਆ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨੀਲ ਬਸਤਰਲੇ ਕੱਪੜੇ ਪਹਿਰੇ। ਢਿਲਵਾਂ ਨਗਰ ਜਾ ਕੇ 10ਵੇਂ ਪਾਤਸ਼ਾਹ ਨੇ ਕਿਹਾ ਨੀਲ ਬਸਤਰਲੇ ਕੱਪੜੇ ਫਾੜੇ। ਕਹਿੰਦੇ ਇੱਥੇ ਪੰਗਤੀ ਬਦਲਤੀ, ਕਹਿੰਦੇ ਆਪਣੇ ਪਰਿਵਾਰ ਦੀਆਂ ਸਾਰੀਆਂ ਸ਼ਹੀਦੀਆਂ ਦੇ ਕੇ ਇਹ ਕੱਪੜੇ ਫਾੜੇ ਆ ਤੇ ਐ ਸਿੱਟਦੇ ਰਹੇ ਅੱਗ ਦੇ ਵਿੱਚ। ਇਸ ਕਰਕੇ 10ਵੇਂ ਪਾਤਸ਼ਾਹ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰਾ 18 10 20 ਤੱਕ ਲਿਖਾਇਆ। ਸ੍ਰੀ ਕਰਤਾਰਪੁਰ ਸਾਹਿਬ ਧੀਰ ਮੱਲੀਆਂ ਦੇ ਘਰ 'ਚ ਜਿਹੜੀ ਸਰੂਪ ਪਿਆ, ਉਹ ਵਿਸਾਖੀ ਤੇ ਦਰਸ਼ਨ ਕਰਾਉਂਦੇ ਆ ਜਾਂ ਸੰਗਰਾਂਦ, ਉਹਦੇ ਸ਼ੁਰੂ 'ਚ ਦੇਖ ਲਿਓ, ਉੱਥੇ ਲਿਖਿਆ ਬੀੜ ਦਮਦਮੀ ਨਹੀਂ, ਉਹ ਤੇ ਨਹੀਂ ਲਿਖਿਆ ਹੋਇਆ। ਬੀੜ ਦਮਦਮੀ ਸਿਰਫ ਹੋਣ ਵਾਲੇ ਸਰੂਪਾਂ 'ਚ ਲਿਖਿਆ ਹੋਇਆ। ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਹੈ। ਪੰਜਵੇਂ ਪਾਤਸ਼ਾਹ ਨੇ ਪੋਥੀਆਂ ਲਿਆਂਦੀਆਂ ਸੀ। ਸ੍ਰੀ ਰਾਮਸਰ ਸਾਹਿਬ ਦੇ ਸਥਾਨ ਤੇ ਸਰੂਪ ਸਾਰਾ ਰਚਿਆ। ਸ੍ਰੀ ਸੁਖਮਨੀ ਸਾਹਿਬ ਵੀ ਉੱਥੇ ਰਚਨਾ ਕੀਤਾ, ਉੱਥੇ ਸਰੋਵਰ ਰਚਿਆ। ਉੱਥੇ ਸਭ ਨੂੰ ਕਿਹਾ ਵੀ ਇੱਥੇ ਆ ਕੇ ਇਸ਼ਨਾਨ ਕਰਨਾ। ਮੈਂ ਨਵਿਆਂ ਨੂੰ ਸਾਰਿਆਂ ਨੂੰ ਕਹਿ ਦਿਆਂ, ਜਿੰਨੀ ਸੰਗਤ ਬੈਠੀ ਆ, ਹੁਣ ਕਥਾ 'ਚ ਸੁਣ ਕੇ ਤਾਂ ਭਾਵੇਂ ਕੋਈ ਕਹਿ ਦੇਵੇ ਵੀ ਹਾਂ ਅਸੀਂ ਸੁਣਿਆ ਸੀ ਕਥਾ 'ਚ, 5 ਸਰੋਵਰਾਂ ਦੇ ਇਸ਼ਨਾਨ ਹੁਣ ਸੰਗਤ ਨਹੀਂ ਕਰਦੀ। ਵੱਧ ਫਲ ਲੈਣ ਲਈ 5 ਸਰੋਵਰਾਂ ਦੇ ਇਸ਼ਨਾਨ ਕਰਿਆ ਕਰੋ।
ਪਹਿਲਾਂ ਅਸੀਂ ਕੀ ਕਰਦੇ ਸੀ? ਪਹਿਲਾਂ ਦਰਬਾਰ ਸਾਹਿਬ ਇੱਥੇ ਬਸਤਰ ਲਾ ਕੇ ਇੱਥੇ ਇੱਕ ਪਹਿਰੇਦਾਰ ਬਿਠਾ ਜਾਣਾ, 10 15 20 ਸਿੰਘ ਜਥੇ ਦੇ। ਪਹਿਲਾਂ ਉਧਰੋਂ ਸ਼ੁਰੂ ਕਰਦੇ ਸੀ, ਇਧਰੋਂ ਸੰਤੋਖਸਰ ਸਾਹਿਬ ਇਸ਼ਨਾਨ ਕਰਕੇ ਫਿਰ ਅੱਗੇ ਚਲੇ ਜਾਣਾ ਵਿਵੇਕਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਮਾਤਾ ਕੌਲਾਂ ਜੀ ਦੇ ਚਲੇ ਜਾਣਾ, ਫਿਰ ਸ੍ਰੀ ਦਰਬਾਰ ਸਾਹਿਬ। ਇਹ 5 ਸਰੋਵਰਾਂ ਦੇ ਇਸ਼ਨਾਨ ਕਰਦੇ ਰਹੇ ਸਾਰੇ, ਪਹਿਲਾਂ ਤੋਂ ਲੈ ਕੇ ਸਾਰੇ ਟਕਸਾਲ ਦੇ ਮੁਖੀ ਸਾਰਾ ਜਥਾ ਲੈ ਕੇ ਉੱਥੇ ਜਾਂਦੇ ਹੁੰਦੇ ਸੀ। ਹੁਣ ਤਾਂ ਭੱਜੇ ਭੱਜੇ ਜਾਂਦੇ ਆ, ਭੱਜੇ ਭੱਜੇ ਆ ਗਏ। ਸਰੋਵਰ ਦਾ ਇਸ਼ਨਾਨ ਕੋਈ ਕਰਦਾ ਹੀ ਨਹੀਂ, ਬਹੁਤ ਘੱਟ ਕਰਦੇ ਨੇ, ਕੁਛ ਪ੍ਰਚਾਰ ਇਹੋ ਜਿਹਾ ਹੋ ਗਿਆ। ਇਹ 5 ਸਰੋਵਰਾਂ ਦੇ ਇਸ਼ਨਾਨ ਕਰਨੇ ਆ, ਇਹਨੂੰ ਕਹਿੰਦੇ ਨੇ 5 ਇਸ਼ਨਾਨਾਂ। ਜਿਹੜੇ ਆਹ ਨਕਲੀ ਨਰਕਧਾਰੀ ਜੇ ਸੀਗੇ, ਇਹਨਾਂ ਨੇ ਬਣਾਈ ਗੱਲ, ਕਹਿੰਦੇ ਵੀ ਧਾਉਣ ਦੀ ਕੋਈ ਲੋੜ ਨਹੀਂ ਹੈ। ਕਹਿੰਦੇ ਫੇਰ ਕੀ ਕਰੀਏ? ਕਹਿੰਦੇ 5 ਇਸ਼ਨਾਨਾਂ ਕਰ ਲਓ। ਪਹਿਲਾ 5 ਇਸ਼ਨਾਨਾਂ ਹੁੰਦਾ ਸੀ 5 ਸਰੋਵਰਾਂ ਦਾ। ਕਹਿੰਦੇ ਮੂੰਹ ਧੋ ਲਓ, ਦੋਨੇ ਹੱਥ ਦੋਨੇ ਪੈਰ, ਬਸ 5 ਇਸ਼ਨਾਨਾਂ ਹੋ ਗਿਆ। 5 ਇਸ਼ਨਾਨਾਂ ਮਹਾਂ ਗਿਆਨਾਂ, ਨਿਤ ਨਹਾਉਣ ਦਲਿਦਰੀ। 6 ਮਹੀਨੇ ਬਾਅਦ ਕੋਈ ਉਦਮੀ ਨਹਾਵੇ, ਸਾਲ ਬਾਅਦ ਕੋਈ ਬ੍ਰਹਮ ਗਿਆਨੀ। ਇਹ ਤਾਂ ਉਹਨਾਂ ਲੋਕਾਂ ਦੇ ਪ੍ਰਚਾਰ ਨੇ। 5 ਇਸ਼ਨਾਨ ਜ਼ਰੂਰੀ ਹੈ ਸਾਡੇ ਲਈ, 5 ਸਰੋਵਰਾਂ ਦੇ ਇਸ਼ਨਾਨ ਕਰਨੇ ਜ਼ਰੂਰੀ ਆ। ਇਸ ਕਰਕੇ ਸਾਰੀ ਸੰਗਤ ਇਸ਼ਨਾਨ ਕਰੋ 5 ਸਰੋਵਰਾਂ ਦੇ। ਤੁਸੀਂ ਘਟਾਤਾ, ਬਹੁਤ ਸਾਰੀਆਂ ਮਰਿਆਦਾਵਾਂ ਹਟਾਤੀਆਂ। ਫਿਰ ਸਤਿਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨ ਤੋਂ ਉਪਰੰਤ ਬਹੁਤ ਲੰਬੀ ਸਾਖੀ ਹੁੰਦੀ ਹੈ ਇਹ। ਉਹ ਮੈਨੂੰ ਕਹੇ ਸੀ ਸਿੰਘ ਵੀ ਸੰਗਤ ਇੰਨੇ ਦਿਨ ਤੋਂ ਸੁਣ ਰਹੀ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਐ ਹੋਇਆ। ਮੈਂ ਕਿਹਾ ਜਿਹੜਾ ਸਾਡਾ ਹਿਸਾਬ ਹੈ ਉਹ ਹੋਰ ਹੈ, ਤੁਹਾਡਾ ਹੋਰ ਹੈ। ਤੁਸੀਂ ਸੁਣਾਉਣੀਆਂ ਉੱਪਰਲੀਆਂ ਗੱਲਾਂ ਜੀਆਂ, ਅਸੀਂ ਸੁਣਾਉਣੀਆਂ ਸਾਨੂੰ ਉਹ ਚੀਜ਼ ਜਿਹੜੀ ਸੁਣੀ ਨਾ ਹੋਵੇ ਤੁਸੀਂ। ਇਹ ਸੰਤ ਰਾਮ ਜੀ ਦਾ ਕਿਹਨੂੰ ਪਤਾ ਵੀ ਬਾਣੀ ਕਿਹਨੇ ਇਕੱਠੀ ਕੀਤੀ ਹੈ? ਉਹਨਾਂ ਨੇ ਇਕੱਠੀ ਕੀਤੀ ਹੈ। ਪਹਿਲੀ ਪਾਤਸ਼ਾਹ ਨੇ ਪੋਥੀ, ਫਿਰ ਦੂਜਿਆਂ ਨੇ ਉਹ ਅੱਗੇ ਦਿੱਤੀ, ਫਿਰ ਤੀਜੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਕੋਲ ਸੌਂਪਤੀ ਵੀ ਜਦੋਂ ਚੌਥੇ ਪਾਤਸ਼ਾਹ ਆਉਣਗੇ। ਹੁਣ ਉਹ ਸਾਖੀ ਇਸ ਤਰ੍ਹਾਂ ਬਣ ਗਈ, ਜਦੋਂ ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ, ਉਸ ਵਕਤ ਕਹਿੰਦੇ ਬਾਬਾ ਬੁੱਢਾ ਜੀ ਨੂੰ ਤਿਲਕ ਲਾਇਆ, ਤਿਲਕ ਲਾ ਕੇ ਮੱਥਾ ਟੇਕਿਆ ਬਾਬਾ ਜੀ ਨੇ ਚੌਥੇ ਪਾਤਸ਼ਾਹ ਨੇ। ਬੇਟਾ ਮੋਹਨ ਜੀ ਮੱਥਾ ਟੇਕੋ। ਉਹ ਕਹਿੰਦਾ ਕਿਉਂ? ਕਹਿੰਦੇ ਮੇਰਾ ਹੱਕ ਸੀ, ਇਹ ਗੱਦੀ ਤਾਂ ਮੇਰੀ ਬਣਦੀ ਆ, ਮੈਂ ਵੱਡਾ ਘਰ 'ਚ। ਇਹੀ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ, ਮੈਂ ਵੱਡਾ। ਇਸੇ ਗੱਲ ਦਾ ਰੌਲਾ ਦਾਸੂ ਤੇ ਦਾਤੂ ਨੇ ਪਾਇਆ ਸੀ। ਪਰ ਇਹ ਮਹਾਰਾਜ ਨੇ ਕਿਹਾ ਸੀ ਜਿਹੜੀ ਪਿਤਰੀ ਜਾਇਦਾਦ ਆ ਆਪਣੇ ਪਿਤਾ ਪਤਾਮਿਆਂ ਦੀ, ਤੁਹਾਡਾ ਹੱਕ ਉਹਦੇ ਤੇ ਆ। ਜਦੋਂ ਕਿਸੇ ਦਾ ਪਿਤਾ ਚੜ੍ਹਾਈ ਕਰਦਾ, ਵੱਡੇ ਪੁੱਤ ਨੂੰ ਪੱਗ ਬੰਨ੍ਹ ਦਿੰਦੇ, ਉਹ ਬੰਨ੍ਹ ਦਿੰਦੇ ਤੁਹਾਡੇ। ਪਰ ਜੇ ਤੁਸੀਂ ਕਹੋ ਗੁਰਤਾ ਗੱਦੀ, ਇਹ ਤਾਂ ਸੇਵਕ ਦੀ ਆ। ਇਹ ਸੇਵਕ ਨੂੰ ਦਸਤਾਰ ਮਿਲਦੀ ਹੁੰਦੀ ਆ, ਜਿਹਨੇ ਸੇਵਾ ਕੀਤੀ ਹੈ ਗੁਰੂ ਘਰ 'ਚ, ਉਹਨੂੰ ਦਸਤਾਰ ਮਿਲਣੀ, ਨਾ ਕਿ ਇਹ ਅੱਗੇ ਤੋਂ ਅੱਗੇ ਦਸਤਾਰ ਦੇਣੀ ਹੈ। ਇਸ ਕਰਕੇ ਬਾਬਾ ਮੋਹਨ ਜੀ ਕਹਿੰਦੇ ਮੈਂ ਨਹੀਂ ਟੇਕਦਾ। 3 ਵਾਰ ਬਚਨ ਹੋਇਆ, ਕਹਿੰਦੇ ਚੰਗਾ ਜਾ ਫਰੇ ਰਹੇਗਾ। ਫਿਰ ਬਾਬਾ ਮੋਹਰੀ ਜੀ ਨੇ ਮੱਥਾ ਟੇਕਿਆ, ਕਹਿੰਦੇ ਬਾਬਾ ਮੋਹਰੀ ਜੀ ਬੇਟਾ, ਲੋਕਾਂ ਦੀਆਂ 21 ਕੁਲਾਂ ਤਰਦੀਆਂ, ਤੇਰੀਆਂ 42 ਤਰਨਗੀਆਂ, ਤੂੰ ਬਚਨ ਮੰਨਿਆ। ਰੋ ਵਿਚਾਰ। ਬਾਬਾ ਮੋਹਨ ਜੀ ਘਰ ਗਏ, ਰਾਤ ਨੂੰ ਪੇਟ ਫੁੱਲ ਗਿਆ। ਪੇਟ ਫੁੱਲਿਆ, ਦਵਾਈਆਂ ਬਥੇਰੀਆਂ ਕੀਤੀਆਂ, ਦਰਦ ਨਾ ਗਿਆ। ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਵੇਲੇ ਸਾਰਾ ਪਰਿਵਾਰ ਇਕੱਠਾ ਕੀਤਾ, ਜਦੋਂ ਕਿਹਾ ਸੀ ਮਤ ਮੈਂ ਪਿੱਛੇ ਕੋਈ ਰੋਪ ਸੀ ਸੋ ਮੈਂ ਮੂਲ ਨਾ ਪਾਇਆ, ਉਦੋਂ ਬਾਬਾ ਮੋਹਨ ਜੀ ਕਹਿੰਦੇ ਮਹਾਰਾਜ ਮੈਂ ਹੁਣ ਮੱਥਾ ਟੇਕ ਲੈਣਾ ਚੌਥੇ ਪਾਤਸ਼ਾਹ, ਮੇਰਾ ਤਾਂ ਦਰਦ ਹੀ ਨਹੀਂ ਹਟਦਾ ਪੇਟ ਦਾ, ਮੇਰੇ ਤਾਂ ਪੇਟ ਹੀ ਫੁੱਲੀ ਜਾਂਦਾ। ਸਹਿਜੇ ਜੇ ਸਜ਼ਾ ਦਿੱਤੀ ਕੀ? ਕਹਿੰਦੇ ਹੁਣ ਨਹੀਂ, ਸਮਾਂ ਲੰਘ ਗਿਆ। ਹੁਣ ਜਦੋਂ ਇਹਨਾਂ ਦੇ ਸਾਹਿਬਜ਼ਾਦੇ ਆਉਣਗੇ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਨਾ
ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਉਣਗੇ, ਤੂੰ ਫਿਰ ਉਹਨਾਂ ਨੂੰ ਪੋਥੀਆਂ ਦੇਂਗਾ, ਇਹ ਫਿਰ ਤੂੰ ਉਹਨਾਂ ਦੇ ਚਰਨੀ ਹੱਥ ਲਾਏਗਾ ਤਾਂ ਤੇਰਾ ਫਰੇਵਾ ਜਾਏਗਾ। ਦਾਤੂ ਨੇ ਲੱਤ ਮਾਰੀ ਸੀ ਤੀਜੇ ਪਾਤਸ਼ਾਹ ਦੀ ਬੱਖੀ 'ਚ, ਕਹਿੰਦੇ ਸਾਡੀ ਗੱਦੀ ਤੇ ਕਬਜ਼ਾ ਕਰਕੇ ਬੈਠੇ ਹੋ ਬਾਹਰੋਂ ਆ ਕੇ। ਮਹਾਰਾਜ ਨੇ ਉੱਠ ਕੇ ਲੱਤ ਫੜੀ, ਕੁੱਟੀ, ਚਰਨ ਕੁੱਟਿਆ, ਕਹਿੰਦੇ ਮੇਰਾ ਸਰੀਰ ਖੰਗਰ ਵਰਗਾ, ਮੈਂ ਬਜ਼ੁਰਗ ਹੋ ਗਿਆ, ਤੁਹਾਡੇ ਸੱਟ ਤਾਂ ਨਹੀਂ ਵੱਜੀ, ਕਿ ਦਰਦ ਤਾਂ ਨਹੀਂ ਹੋ ਰਿਹਾ ਤੁਹਾਡੇ? ਉਹ ਸੱਚੀ ਦਰਦ ਹੋਣ ਲੱਗ ਗਿਆ। ਹੁਣ ਰਾਤ ਨੂੰ ਨੀਂਦ ਨਾ ਆਵੇ, ਜਿਹੜਾ ਸਮਾਨ ਉਹ ਲੁੱਟ ਕੇ ਲੈ ਕੇ ਗਿਆ ਸੀ ਉਹ ਰਾਹ 'ਚ ਚੋਰਾਂ ਨੇ ਖੋਹ ਲਿਆ ਰਾਤ ਨੂੰ। ਫਿਰ ਆ ਗਿਆ, ਮੇਰੀ ਲੱਤ ਦਾ ਦਰਦ ਨਹੀਂ ਜਾਂਦਾ। ਉਦੋਂ ਮਹਾਰਾਜ ਕਹਿਣ ਲੱਗੇ ਜਦੋਂ ਪੰਜਵੇਂ ਪਾਤਸ਼ਾਹ ਆਉਣਗੇ, ਦੇਖੋ ਸਜ਼ਾ ਲੰਮੀ ਪੈ ਜਾਂਦੀ ਸਜ਼ਾ ਕਈ ਵਾਰ। ਮੂਲੇ ਖੱਤਰੀ ਨੂੰ ਕਿਹਾ ਸੀ ਉਹ ਬਾਹਰ ਆ ਜਾ ਮਾੜਾ ਜਾ, ਉਹਦੇ ਘਰ ਵਾਲੇ ਨੂੰ ਕਿਹਾ ਲੈ ਕੇ ਨਹੀਂ ਜਾਂਦੇ, ਵੈਸੇ ਕੋਈ ਗੱਲ ਕਰ ਲਈ। ਨਾ ਜੀ ਨਾ, ਉਹ ਤਾਂ ਅੰਦਰ ਹੈ ਹੀ ਨਹੀਂ ਗੇ, ਹੈ ਹੀ ਨਹੀਂ ਗੇ ਜੀ। ਉਹ ਗਹੀਰੇ 'ਚ ਵੜਿਆ ਹੋਇਆ ਸੀ, ਸੱਪ ਲੜ ਗਿਆ ਅੰਦਰੋਂ, ਕਹਿੰਦੇ ਹੈ ਹੀ ਨਹੀਂ ਤਾਂ ਫਿਰ ਹੈ ਹੀ ਨਹੀਂ। ਰੱਬ ਨਾਲ ਮਸ਼ਕਰੀ। ਫਿਰ ਹਾਏ ਹਾਏ ਕਰਦਾ ਬਾਹਰ ਨੂੰ ਭੱਜੇ, ਸੱਪ ਲੜ ਗਿਆ, ਮੇਰੇ ਸੱਪ ਲੜ ਗਿਆ। ਮਹਾਰਾਜ ਜਦੋਂ ਤੱਕ ਬਾਹਰ ਜਾ ਕੇ ਕਿਸੇ ਦਰਖਤ ਦੇ ਥੱਲੇ, ਪਿੱਪਲ ਜਾਂ ਬਰੂਟੇ ਥੱਲੇ ਬੈਠੇ, ਉਹ ਚੁੱਕ ਕੇ ਲੈ ਕੇ ਗਏ ਮੰਜੇ ਤੇ ਪਾ ਕੇ। ਮਹਾਰਾਜ ਜੀ ਤੁਹਾਡਾ ਸਿੱਖ ਹੈ, ਮਹਾਰਾਜ ਜੀ ਨੂੰ ਬਖਸ਼ ਲਓ, ਗਲਤੀ ਹੋ ਗਈ। ਕਹਿੰਦੇ ਕੋਈ ਨਹੀਂ, 10ਵੇਂ ਜਾਮੇ 'ਚ ਬਖਸ਼ਾਂਗੇ ਜਾ ਕੇ। ਪੈ ਗਿਆ ਲੰਮਾ ਚੱਕਰ। ਤੁਹਾਨੂੰ ਰੋਜ਼ ਕਹਿੰਦੇ ਹੋ ਅੰਮ੍ਰਿਤ ਛਕ ਲਓ, ਉਹ ਗੁਰੂ ਵਾਲੇ ਬਣ ਜਾਓ, ਉਹ ਆ ਪਾਠ ਨਾ ਜੀ ਕਰੀ ਜਾਂਦੇ ਹੋ। ਇਹ ਤਾਂ ਸ਼ੁਕਰ ਕਰੋ, ਉਹਨਾਂ ਨੂੰ ਕਹਿਤਾ 10ਵੇਂ ਜਾਮੇ 'ਚ ਬਖਸ਼ਾਂਗੇ, ਕਿਸੇ ਨੂੰ ਕਹਿਤਾ ਕਿਤੇ ਬਖਸ਼ਾਂਗੇ। ਤੁਹਾਨੂੰ ਕੌਣ ਬਖਸ਼ਾਊ? ਭਾਈ ਲੱਦੇ ਨੇ ਤਾਂ ਬਖਸ਼ਾ ਲਏ ਸੱਤੇ ਬਰਫੰਡੇ, ਤੁਹਾਨੂੰ ਕੌਣ ਬਖਸ਼ਾਊਗਾ ਫਿਰ ਮੁੜ ਕੇ? ਅਰੇ ਸਰੀਰ ਛੱਡ ਕੇ ਨਹੀਂ ਦੇਖਿਆ ਤੁਸੀਂ? ਕਿਤੇ ਸਰੀਰ ਛੱਡ ਕੇ ਦੇਖਿਓ ਬਾਹਰ ਨਿਕਲ ਕੇ, ਤੇ ਫਿਰ ਦੇਖਿਓ ਕੀ ਬਣਦੀ ਆ, ਕੀ ਭਾਅ ਵਿਕਦੀ ਆ, ਕਿੰਨੇ ਜਾਣੇ ਘੇਰਨ ਆਉਂਦੇ ਨੇ। ਗੁਰੂ ਵਾਲਾ ਹੋਵੇਗਾ ਤਾਂ ਉਹ ਫੜ ਲੈਣਗੇ ਗੁਰੂ ਬਾਂਹ, ਤੇ ਜੇ ਗੁਰੂ ਵਾਲਾ ਨਾ ਹੋਇਆ ਫਿਰ ਇੱਲਾ ਵਾਂਗੂ ਟੁੱਟ ਕੇ ਪੈਣਗੇ, ਤੁਹਾਨੂੰ ਖਾ ਜਾਣੇ ਸਾਰੇ। ਇਸੇ ਕਰਕੇ ਕਹਿੰਦਾ ਗੁਰੂ ਵਾਲੇ ਜ਼ਰੂਰ ਬਣੋ। ਸਤਿਗੁਰਾਂ ਨੇ ਆਪਾਂ ਨੂੰ ਇੰਨੀ ਮਿਹਨਤ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਨੂੰ ਮੱਥਾ ਟੇਕਿਆ ਕਰੋ। ਜ਼ਰੂਰ ਇਹ ਚੀਜ਼ ਕਹਿਣੀ ਹੈ। ਕੋਈ ਨਿਰਮਲੇ ਮਹਾਂਪੁਰਖ ਵੀ ਕਹਿੰਦੇ ਸੀ, ਚਲੋ ਨਾ ਆਪਣੀ ਭਾਸ਼ਾ 'ਚ ਕਿਹਾ, ਕਹਿੰਦੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਇਹ ਕਹਿਣਾ, ਇਹ ਸੱਚੇ ਪਾਤਸ਼ਾਹ ਤੈਨੂੰ ਕੋਟਾਨ ਕੋਟ ਵਾਰ ਨਮਸਕਾਰ ਹੈ। ਪਰ ਸਿੱਖ ਨੇ ਕਹਿਣਾ ਮੱਥਾ ਟੇਕਦਿਆਂ ਹੋਇਆਂ, ਡੰਡਾਉਤ ਬੰਦਨ ਅਨਕ ਵਾਰ, ਸਰਬ ਕਰਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਇਹਦਾ ਬਹੁਤ ਵੱਡਾ ਫਲ ਹੈ। ਮੱਥਾ ਟੇਕ ਦੇ ਨਾਲ ਪੜ੍ਹਦੀ ਪੰਗਤੀ ਤਾਂ ਫਲ ਬਹੁਤ ਵੱਡਾ ਹੋ ਜਾਂਦਾ। ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ, ਚੌਰ ਸਾਹਿਬ ਕਰਨਾ, ਮਹਾਰਾਜ ਦੀ ਸੇਵਾ ਕਰਨੀ ਹੈ। ਕਿਉਂਕਿ ਇੱਕ ਦਿਨ ਵਿੱਚ ਇਹ ਪ੍ਰਸੰਗ ਨਹੀਂ ਨਾ ਹੁੰਦਾ ਸਾਰਾ, ਬਾਕੀ ਰਿਕਾਰਡਿੰਗ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਹੋਈ ਵੀ ਆ, ਉਹ ਜ਼ਰੂਰ ਚਿੱਪ ਲੈ ਕੇ ਸੁਣੋ, ਤੇ ਉਹਦੇ ਨਾਲ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਜਾਣ ਸਕਾਂਗੇ। ਪਿਆਰ ਸਤਿਕਾਰ ਨਾਲ 1 ਮਿੰਟ ਸਿਰਫ ਸਿਮਰਨ ਕਰਾਉਣਾ, ਬਸ ਸਮਾਪਤੀ ਕਰ ਦਿੰਦੇ ਆ। ਅਗਲਾ ਪ੍ਰੋਗਰਾਮ ਵੀ ਸੁਣਨਾ। ਸਾਰੀ ਸੰਗਤ ਜਿਵੇਂ ਦਾਸ ਬੋਲੇਗਾ, ਪਿੱਛੇ ਪਿੱਛੇ ਦਾਸ ਨੇ 4 ਵਾਰੀ ਬੋਲਣਾ, ਜਿਸ ਲੈ ਵਿੱਚ ਤੁਸੀਂ 4 ਵਾਰੀ ਉਸ ਲੈ ਵਿੱਚ ਬੋਲਣਾ। ਇਹ ਲੈ ਨੂੰ ਹਿਰਦੇ 'ਚ ਵਸਾਉਣਾ ਹੈ, ਔਰ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਪਿਆਰ ਨਾਲ। ਮੈਨੂੰ ਮਹਾਂਪੁਰਖਾਂ ਨੇ ਪੁੱਛਿਆ ਸੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ, ਇਹ ਸੰਗਤ ਨੂੰ ਦੱਸ ਇਹ ਵਾਹਿਗੁਰੂ ਮੰਤਰ ਕਦ ਦਾ, ਕੌਣ ਕਹੇ ਤੂੰ ਕਦ ਕਾ? ਮੈਂ ਕਿਹਾ ਇਹ ਮਹਾਰਾਜ ਜੀ ਸਰਬਲੋ ਪ੍ਰਕਾਸ਼ ਲਿਖਿਆ ਹੋਇਆ ਵੀ ਇਹ ਸ੍ਰਿਸ਼ਟੀ ਦਾ ਹਲੇ ਰਚਨ ਹੋਇਆ ਨਹੀਂ ਸੀ, ਸ੍ਰਿਸ਼ਟੀ ਰਚੀ ਨਹੀਂ ਸੀ ਹਲੇ। ਉਦੋਂ ਨਿਰੰਕਾਰ ਨੇ ਗੁਰੂ ਨਾਨਕ ਰੂਪ ਧਾਰਿਆ ਹੋਇਆ ਸੀ, ਤੇ ਉਹ 9 ਯੁੱਗ ਤੱਕ ਵਾਹ ਵਾਹ ਵਾਹ, ਹੇ ਗੋ 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 ਰੂ ਰੂ, 9 ਯੁੱਗਾਂ ਤੱਕ, 36 ਯੁੱਗ ਤੱਕ
ਇਹਨਾਂ 4 ਅੱਖਰਾਂ ਦਾ ਅਭਿਆਸ ਕਰਕੇ ਇੱਕ ਗੁਰਮੰਤਰ ਤਿਆਰ ਕਰਕੇ ਰੱਖਤਾ। ਇਹ ਗੱਲ ਯਾਗਵਲਕ ਮੁਨੀ ਨੇ ਆਪਣੇ ਚੇਲਿਆਂ ਨੂੰ ਦੱਸੀ ਵੀ ਇਸ ਕਲਯੁਗ ਵਿੱਚ ਇੱਕ ਭਾਰੀ ਮੰਤਰ ਮਿਲਣਾ, ਪਰ ਉਹ ਦੇਣਾ ਗੁਰੂ ਨਾਨਕ ਸਾਹਿਬ ਨੇ ਹੈ। ਬੰਦਾ ਇੱਕ ਵਾਰ ਜਪੂਗਾ ਤਾਂ ਨਾਲ ਕਲਿਆਣ ਵੀ ਕਰ ਦਿਆ ਕਰੂਗਾ, ਇੰਨਾ ਜ਼ਬਰਦਸਤ ਮੰਤਰ ਆ ਉਹ ਕਹਿੰਦੇ ਮਹਾਰਾਜ ਸਾਨੂੰ ਦੇ ਦਿਓ। ਕਹਿੰਦੇ ਮੇਰਾ ਅਧਿਕਾਰ ਨਹੀਂ। 36 ਯੁਗ ਵਰਤਾ ਗੁਬਾਰਾ ਤਾੜੀ ਲਾਈ ਸਿਰਜਣਹਾਰਾ। ਇਹ ਪੜ੍ਹ ਕੇ ਦੇਖੋ ਮਾਰੂ ਸੋਹਲਿਆਂ ਦੇ ਵਿੱਚ 4 ਯੁੱਗਾਂ ਦੇ ਵਿੱਚ ਇਹ ਤਿਆਰ ਹੀ ਹੋਇਆ। 4 ਹੀ ਯੁੱਗਾਂ ਦਾ ਜਾਪ ਹੈ। ਇਸ ਕਰਕੇ ਇਹ ਜ਼ਰੂਰ ਸਮਝਣਾ ਮਨ ਦੇ ਅੰਦਰ। ਜਦੋਂ ਵੀ ਮਹਾਰਾਜ ਖੁਸ਼ ਹੁੰਦੇ ਤੇ ਇਸੇ ਤੇ ਬਹੁਤਾ ਹੁੰਦੇ ਨੇ। ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੋ, ਨਿਤਨੇਮ ਕਰਨਾ ਜ਼ਰੂਰ, ਅੰਮ੍ਰਿਤ ਜ਼ਰੂਰ ਛਕਣਾ, ਗੁਰੂ ਵਾਲੇ ਬਣਨਾ, ਸਤਿਗੁਰਾਂ ਦੀ ਸੇਵਾ ਕਰਨੀ ਵੱਧ ਤੋਂ ਵੱਧ ਪਿਆਰ ਸਤਿਕਾਰ ਨਾਲ। ਸਭ ਨੇ ਇੱਕ ਮਨ ਹੋ ਕੇ ਪਹਿਲਾਂ ਦਾਸ ਬਾਪ ਬੋਲੇਗਾ 4 ਵਾਰੀ, ਬਾਅਦ ਵਿੱਚ 4 ਵਾਰੀ ਤੁਸੀਂ ਪਿੱਛੇ ਬੋਲਣਾ। ਵਾਹਿਗੁਰੂ 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 ਧੰਨ ਵਾਹਿਗੁਰੂ ਉੱਚੀ ਆਵਾਜ਼ ਵਿੱਚ ਬੋਲੋ, ਇਹ ਫਿਰ ਰਸ ਬਣ ਜਾਂਦਾ। ਜੇ ਆਵਾਜ਼ ਹੀ ਨਾ ਆਈ ਫਿਰ ਰਸ ਬਣਦਾ ਨਹੀਂ। ਵਾਹਿਗੁਰੂ ਕਹਿਣਾ ਬੜੇ ਭਾਰੀ ਪੁੰਨ ਦਾ ਕੰਮ ਹੁੰਦਾ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਰੋੜਾਂ ਜੱਗਾਂ ਦਾ ਫਲ ਦੇਣ ਲੱਗੇ ਮਹਾਰਾਜ ਸਾਨੂੰ। ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ। 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 ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਇ। ਵਾਹਿਗੁਰੂ
इस तरह साध संगत समा बहुत हो चुकिया, सिमरन करो, जो लै दिती है इहनूं जपदे रहो, गड्डी चलाउंदे होए, बैठदे उठदे जागदे, सतगुरु किरपा करन। बहुत बहुत धन्नवाद दसां गुरां दी जागदी हो, श्री गुरु ग्रंथ साहिब महाराज दा, महापुरखां दा, संगतां दा, इलाका निवासियों का और सबना का बहुत धन्नवाद है। भाई टाइम थोड़ा वध लग गया, माफ़ी देनी, प्यार सत्कार नाल सर्बा संगतां वही मेरी गल याद रखियो। पहला देखो वाहिगुरु मंत्र बनाउण लई कितना समा लग्या, 36 युग लग गए। फिर वाहिगुरु मंत्र का अभ्यास 4 युग जिन्नी फल दिंदा आपां नूं वाहिगुरु मंत्र। ते तुसीं पता नहीं की समझदे हो, क्योंकि तुहाडी बिरती च नोट बड़े होए ने। बस भी जे तो वाहिगुरु कहण ना 2000 का नोट डिगदा, फिर तो जिन्ना मर्जी कहा लो, फिर तो लख वारी भी कह दूंगा मैं। नहीं, जिन्ना पैसा बनाउने आ, जिन्नी जमीन बनाउने आ, जे तो कोई नाल लै गया फिर तो तुसीं भी इकट्ठी करो। बई सब इत्थे छड्डना है एक दिन, घर छड्डने रहना नहीं कोई। जिथा जाए तुद वरतना तिसकी चिंता ना है, जो घर छड्ड गवावना सो लगा मनवा है। जिथे जाना ओदी तैयारी रखो, अगे फिर अगे भुखा क्या खाए, मनमुखा नूं फिर जन्म है नानक हर पाए। तो इस करके सारी संगत सत्कार करो वाहिगुरु मंत्र, शौक रखो भी लो जी हुण 10,000 जन ने जे कहता डबल हो गया, वाहिगुरु 20,000 वारी, एक एक जाने नूं डबल 20,000 फल मिल जाना। कितनी वड्डी गल है। इस करके झुकाओ शीस गुरां दे अगे, बुलाओ गज के फतेह। वाहिगुरु जी का खालसा, वाहिगुरु जी की फतेह।